की हरनाखिश फारे कर आज पुन द्रौपदी लाज रखी हर प्रभ जी छीनत बस्तर दीन बहुसाज सुदामा अपदा ते रखिया गणका पड़त पूरे ते काज श्री सतगुर सो प्रसन्न कल जुग होए राखो दास पाट की लाज मैं ताण दी बाण तू है मेरे स्वामी मैं तुद आगे अरदास मैं होर थाऊं नाही जिस पह करूं बेनंती मेरा दुख सुख तुझ ही पास मेरे हर जियो सबको तेरे वस मेरे हर जियो सबको तेरे वस असां जोर नाही जे किश कर हम सकहें ज्यों भावै तिवै बख्श सर्ब सुखां दे दाते सतगुरु ਸਮੁੱਚੀ ਮਨੁੱਖਤਾ ਦੇ ਸਰਬ ਸਾਂਝੇ ਪੈਗੰਬਰ ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਬਖਸ਼ਿਸ਼ ਭਰੇ ਪਾਵਨ ਪਵਿੱਤਰ ਚਰਨ ਕਮਲਾਂ ਦੀ ਬਹੁਤ ਹੀ ਅਦਬ ਸਤਿਕਾਰ ਪਿਆਰ ਨਾਲ ਜੁੜ ਮਿਲ ਬੈਠ ਕੇ ਹਾਜ਼ਰੀ ਭਰ ਰਹੇ ਅਤੀ ਸਨਮਾਨਯੋਗ ਗੁਰੂ ਸਵਾਰੇ ਸਤ ਸੰਗੀ ਜਨੋ ਆਪ ਸਭ ਤੋਂ ਪਹਿਲਾਂ ਸਰਬੰਸ ਦਾਨੀ ਪੁੱਤਰਾਂ ਦੇ ਦਾਨੀ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਬਾਪ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਫਤਿਹ ਸਿਮਰਨ ਗੱਜ ਵੱਜ ਕੇ ਸਾਂਝ ਪਾਓ ਜੀ। ਕੋਈ ਰਸਨਾ ਪਿੱਛੋਂ ਤੋਂ ਲਾ ਕੇ ਵਾਂਝੀ ਨਾ ਰਹੇ। ਜਿੰਨੇ ਵੀ ਮਾਈ ਭਾਈ ਆਪ ਜੀ ਗੁਰੂ ਚਰਨਾਂ 'ਚ ਜੁੜ ਬੈਠੇ ਹੋ, ਇਹ ਲਾਈਵ ਪ੍ਰੋਗਰਾਮ ਸਾਰਾ ਚੱਲ ਰਿਹਾ ਹੈ। ਜਿਹੜੇ ਘਰਾਂ 'ਚ ਸਰਵਣ ਕਰ ਰਹੇ ਨੇ, ਇੱਕ ਵਾਰ ਖੇਚਲ ਕਰੋ, ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਸਾਰੀਆਂ ਇੰਦਰਗੜ੍ਹ ਇਲਾਕੇ ਦੀ ਨਗਰ ਦੀਆਂ ਇਲਾਕੇ ਦੀਆਂ ਸੰਗਤਾਂ ਨੂੰ ਸਭ ਤੋਂ ਪਹਿਲਾਂ ਦਾਸ ਵੱਲੋਂ ਬਹੁਤ ਬਹੁਤ ਵਧਾਈ ਹੋਵੇ। ਸਤਿਕਾਰਯੋਗ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀ, ਉਹਨਾਂ ਦੇ ਪ੍ਰਕਾਸ਼ ਦਿਹਾੜੇ ਦੀ। ਦੂਸਰੀ ਵਧਾਈ ਸਾਧ ਸੰਗਤ ਜੀ ਆਪ ਜੀ ਨੂੰ ਇਹ ਮਹਾਨ ਗੁਰਮਤਿ ਸਮਾਗਮ ਦੀ, ਜਿਹੜਾ ਤੀਸਰਾ ਗੁਰਮਤਿ ਸਮਾਗਮ ਆਪ ਜੀ ਬੜੀ ਭਾਵਨਾ ਸ਼ਰਧਾ ਦੇ ਨਾਲ ਮਨਾ ਰਹੇ ਹੋ। ਬਹੁਤ ਸ਼ਲਾਘਾਯੋਗ ਕਾਰਜ ਇਹ ਗੁਰਮਤਿ ਸਮਾਗਮ, ਤੇ ਇਹਦੇ ਨਾਲ ਜਿਹੜਾ ਬੱਚਿਆਂ ਦਾ, ਛੋਟੇ ਛੋਟੇ ਬੱਚਿਆਂ ਨੇ ਵੇਖੋ ਕਵਿਤਾ ਕਵੀਸ਼ਰੀ, ਗੁਰਮਤਿ ਦਾ ਗਿਆਨ ਅਤੇ ਸਿੱਖ ਵਿਰਸੇ ਦੇ ਵਿੱਚੋਂ ਦਸਤਾਰ ਨਾਲ ਜੁੜ ਕੇ ਮਾਣ ਮਹਿਸੂਸ ਕੀਤਾ ਹੈ। ਜਿਸ ਘਰ ਵਿੱਚ ਵੀ ਗੁਰੂ ਦੀ ਇਹ ਬਖਸ਼ਿਸ਼ ਸਿੱਖੀ ਦੀ ਆਵਾਜ਼ ਜਾਏਗੀ, ਉਹ ਪਰਿਵਾਰ ਕਿੰਨਾ ਸਤਿਕਾਰਯੋਗ ਤੇ ਕਿੰਨਾ ਭਾਗਾਂ ਵਾਲਾ ਬਣ ਜਾਏਗਾ। ਸੋ ਇਸ ਗੁਰਮਤਿ ਦੇ ਕਾਰਜ ਦੀ ਮੈਂ ਦੂਸਰੀ ਆਪ ਜੀ ਨੂੰ ਵਧਾਈ ਅਰਜ਼ ਕਰਦਾ ਹਾਂ ਜੀ। ਆਓ ਪਿਆਰਿਓ, ਆਪਾਂ ਭਗਤ ਧੰਨਾ ਜੀ ਦੇ ਜੀਵਨ ਬਾਰੇ
ਭਗਤ ਧੰਨਾ ਜੀ ਦੀ ਬਾਣੀ ਦੇ ਸੰਬੰਧੀ ਕੁਝ ਵਿਚਾਰਾਂ ਦੀ ਸਾਂਝ ਅੰਗਲੇਰੇ ਸਮੇਂ ਦੇ ਅਧੀਨ ਕਰਨੀ ਹੈ। ਮੇਰੀ ਇੱਕ ਬੇਨਤੀ ਹੈ ਜੀ, ਪ੍ਰਬੰਧਕ ਸੱਜਣਾ ਨੇ, ਵੀਰਾਂ ਨੇ ਬਹੁਤ ਮਿਹਨਤ ਕੀਤੀ ਹੈ, ਬਹੁਤ ਉਦਮ ਸੇਵਾ ਉਹਨਾਂ ਨੇ, ਕਿੰਨਾ ਸੋਹਣਾ ਪ੍ਰਬੰਧ ਕੀਤਾ ਹੈ। ਹੁਣ ਅਸੀਂ ਬੜੀ ਵੱਡੀ ਗਿਣਤੀ ਦੇ ਵਿੱਚ ਆ ਕੇ ਜੁੜ ਕੇ ਬੈਠ ਗਏ ਹਾਂ, ਪਰ ਤੁਸੀਂ ਬੜੀ ਕਿਰਪਾ ਕੀਤੀ ਹੈ ਜੀ, ਇਕਾਗਰਤਾ ਬਣਾ ਲਈ ਹੈ। ਬਸ ਮੇਰੀ ਇੰਨੀ ਬੇਨਤੀ ਹੱਥ ਜੋੜ ਕੇ ਕਿ ਇਸ ਇਕਾਗਰਤਾ ਨੂੰ ਬਣਾ ਕੇ ਰੱਖਿਓ, ਕਿਉਂਕਿ ਬੁਲਾਰੇ ਦਾ ਤੇ ਸਰੋਤੇ ਦਾ ਜਿੰਨਾ ਆਪਸ ਵਿੱਚ ਗਹਿਰਾ ਸੰਬੰਧ ਹੋਏਗਾ, ਉਨੀ ਗੁਰਮਤਿ ਦੀ ਸਮਝ ਵਧੇਰੇ ਪਵੇਗੀ। ਕੋਈ ਵੀ ਕੰਮ ਆਪਾਂ ਕਰਨਾ ਹੋਵੇ ਨਾ ਭੈਣੋ ਵੀਰੋ, ਉਹ ਧਿਆਨ ਤੋਂ ਬਿਨਾਂ ਨਹੀਂ ਹੁੰਦਾ। ਹੁਣ ਮੈਂ ਭੈਣਾਂ ਦੀ ਜੇ ਗੱਲ ਕਰ ਲਵਾਂ ਵੀ ਆਪਾਂ ਰਸੋਈ 'ਚ ਕੰਮ ਕਰਦੇ ਹੋਈਏ, ਕੋਈ ਪ੍ਰਸ਼ਾਦਾ, ਕੋਈ ਜਲ ਪਾਣੀ ਬਣਾ ਰਹੇ ਹੋਈਏ, ਤੇ ਜੇ ਸਾਡਾ 1 ਸੈਕਿੰਡ ਧਿਆਨ ਪਾਸੇ ਚਲੇ ਗਿਆ ਤੇ ਚੀਜ਼ ਭਾਂਡੇ ਵਿੱਚ ਸੜ ਕੇ ਖਰਾਬ ਹੋ ਜਾਂਦੀ ਹੈ। ਧਿਆਨ ਬੜਾ ਜ਼ਰੂਰੀ ਹੈ। ਤੁਹਾਡੇ 'ਚ ਬਹੁਤ ਸਾਰੇ ਵੀਰ ਔਨ ਰੋਡ ਗੱਡੀ ਚਲਾਉਂਦੇ ਹੋਣਗੇ, 1 ਸੈਕਿੰਡ ਧਿਆਨ ਪਾਸੇ ਜਾਵੇ ਤੇ ਗੱਡੀ ਰੱਬ ਨਾ ਕਰੇ ਐਕਸੀਡੈਂਟ ਦੀ ਘਟਨਾ ਵਾਪਰ ਸਕਦੀ ਹੈ। ਇਸੇ ਤਰ੍ਹਾਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਬਾਣੀ ਵਿੱਚ ਕਹਿੰਦੇ ਨੇ ਵੀ ਜੇ ਰੱਬ ਦੀ ਇਬਾਦਤ ਕਰਨੀ ਹੈ, ਸਿਫਤ ਸਲਾਹ ਕਰਨੀ ਹੈ, ਗੁਰੂ ਦੇ ਕੋਲ ਬੈਠਣਾ ਹੈ, ਤੇ ਫਿਰ ਇਕਾਗਰਤਾ ਬਹੁਤ ਜ਼ਿਆਦਾ ਚਾਹੀਦੀ ਹੈ। ਸਾਰੇ ਮੇਰੇ ਨਾਲ ਕਿਰਪਾ ਕਰਿਓ ਜੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਜਿਹੜੇ ਤੁਹਾਡੇ 'ਚ ਭੈਣਾ ਵੀਰ ਸੁਖਮਣੀ ਸਾਹਿਬ ਪੜ੍ਹਦੇ ਨੇ ਬਾਣੀ, ਇਹ ਸੁਖਮਣੀ ਸਾਹਿਬ ਪਾਵਨ ਬਾਣੀ ਦੇ ਬਚਨ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ। ਪਹਿਲੀ ਪੰਕਤੀ ਵਿੱਚ ਹਜ਼ੂਰ ਨੇ ਕਿਹਾ ਰੱਬ ਦੀ ਵਡਿਆਈ ਕਰੋ ਗੁਰਸਿੱਖੋ, ਪ੍ਰਮਾਤਮਾ ਦੇ ਗੁਣ ਗਾਓ। ਤੇ ਸਿੱਖਾਂ ਨੇ ਪੁੱਛਿਆ ਮਹਾਰਾਜ ਗੁਣ ਕਿਵੇਂ ਗਾਈਏ? ਤੇ ਸਾਹਿਬ ਨੇ ਨਾਲ ਜਵਾਬ ਦਿੱਤਾ, ਕਹਿਣ ਲੱਗੇ ਸਾਵਧਾਨ, ਬੋਲੋ ਜੀ ਪਿਆਰਿਓ, ਸਾਵਧਾਨ ਇਕਾਗਰ ਚੀਤ। ਕਹਿੰਦੇ ਪੂਰੀ ਸਾਵਧਾਨੀ ਤੇ ਇਕਾਗਰ ਚਿੱਤ ਦੇ ਨਾਲ ਗੁਰੂ ਦੀ ਗੱਲ ਕਰਨੀ ਹੈ। 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਆਪਣੀ ਲਿਖਤ ਵਿੱਚ ਗੱਲ ਕਰਦੇ ਨੇ, ਕਹਿਣ ਲੱਗੇ ਏਕ ਚਿੱਤ ਜੇ ਇੱਕ ਛਿਨ ਧਿਆਇਓ। ਕਹਿਣ ਲੱਗੇ ਜਿਹਨੇ ਇੱਕ ਛਿਨ ਵੀ ਆਪਣੇ ਚਿੱਤ ਨੂੰ ਇਕਾਗਰਤਾ ਨਾਲ, ਚੇਤੇ ਨਾਲ ਰੱਬ ਦੀ ਗੱਲ ਕਰ ਲਈ, ਸੁਣ ਲਈ। ਏਕ ਚਿੱਤ ਜਿਹੇ ਇੱਕ ਛਿਨ ਧਿਆਇਓ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਪਲ ਵੀ ਰੱਬ ਨੂੰ ਗਾਇਆ, ਧਿਆਨ ਨਾਲ ਲਾਇਆ, ਉਹਨੂੰ ਕੀ ਮਿਲੇਗਾ? ਤੇ ਸਾਹਿਬ ਨੇ ਅਗਲੀ ਤੁਕ ਵਿੱਚ ਜਵਾਬ ਦਿੱਤਾ, ਕਹਿਣ ਲੱਗੇ ਕਾਲ ਫਾਸ ਕੇ ਵਿੱਚ ਨਾ ਆਇਓ। ਕਹਿੰਦੇ ਉਹ ਮੌਤ ਦੇ ਮੂੰਹ ਦੇ ਵਿੱਚੋਂ ਪੈਣੋਂ ਬਚ ਜਾਂਦਾ ਹੈ, ਭਾਵ ਜਮਾਂ ਦੀ ਮਾਰ ਤੋਂ ਉਹਦਾ ਬਚਾਅ ਹੋ ਜਾਂਦਾ ਹੈ। ਇੰਨਾ ਵੱਡਾ ਲਾਭ ਹੈ ਜੀ ਗੁਰੂ ਦੀ ਗੱਲ ਸੁਣਨ ਦਾ ਤੇ ਕਰਨ ਦਾ। ਸਾਡੇ ਵੱਡੇ ਭਾਗ ਨੇ, ਮੇਰੇ ਵੀ ਤੁਹਾਡੇ ਨਾਲ, ਕਿ ਆਪਾਂ ਸਤਿਗੁਰ ਦੀ ਗੋਦ 'ਚ ਬੈਠੇ ਹਾਂ। ਭਗਤ ਧੰਨਾ ਜੀ ਉਹ ਮਹਾਨ ਸ਼ਖਸੀਅਤ ਹੋਏ ਨੇ ਜਿਨ੍ਹਾਂ ਦੇ ਬਾਬਤ ਗੁਰੂ ਸਾਹਿਬ ਨੇ ਬਾਣੀ ਵਿੱਚ ਵਡਿਆਈ ਉਹਨਾਂ ਦੀ ਕੀਤੀ ਹੈ। ਜਿਵੇਂ ਦਾਸ ਤੋਂ ਪਹਿਲਾਂ ਸਤਿਕਾਰਯੋਗ ਵੀਰ ਕਾਰਜ ਸਿੰਘ ਜੀ ਆਪ ਜੀ ਨੂੰ ਦੱਸ ਰਹੇ ਸਨ, ਇਹ ਬਾਣੀ ਵਿੱਚ ਭਗਤ ਧੰਨਾ ਜੀ ਦੇ ਬਾਰੇ ਲਿਖਿਆ ਹੈ ਜੀ, ਧੰਨੇ ਸੇਵਿਆ ਬਾਲ ਬੁੱਧ। ਗੁਰੂ ਅਰਜਨ ਸਾਹਿਬ ਜੀ ਦਾ ਇਹ ਬਚਨ ਹੈ ਵੀ ਭਗਤ ਧੰਨਾ ਜੀ ਨੇ ਪਰਮਾਤਮਾ ਨੂੰ ਸਿਮਰਿਆ, ਭਗਤੀ ਕੀਤੀ, ਯਾਦ ਕੀਤਾ। ਕਿਵੇਂ? ਕਹਿਣ ਲੱਗੇ ਬਾਲ ਬੁੱਧ। ਹੁਣ ਇੱਕ ਸਵਾਲ ਪੈਦਾ ਹੋ ਗਿਆ ਪਿਆਰਿਓ, ਬਾਲ ਬੁੱਧ ਕੀ ਹੁੰਦੀ ਹੈ? ਬਾਲ ਬੁੱਧ ਹੁੰਦੀ ਹੈ ਬੱਚੇ ਵਾਲਾ ਸੁਭਾਅ। ਹੁਣ ਬੱਚੇ ਦਾ ਸੁਭਾਅ ਕੀ ਹੁੰਦਾ ਹੈ? ਲਾਡ ਵਾਲਾ ਤੇ ਪਿਆਰ ਵਾਲਾ। ਤੇ ਤੀਜਾ ਇੱਕ ਸ਼ਬਦ ਚੇਤੇ ਰੱਖਿਓ, ਭਰੋਸੇ ਵਾਲਾ। ਬੱਚੇ ਕੋਲ ਲਾਡ ਵੀ ਹੁੰਦਾ ਹੈ, ਪਿਆਰ ਵੀ ਹੁੰਦਾ ਹੈ, ਤੇ ਨਾਲ ਭਰੋਸਾ ਵੀ ਬੜਾ ਜ਼ਿਆਦਾ ਬੱਚੇ ਦੇ ਕੋਲ ਹੁੰਦਾ ਹੈ। ਭਗਤ ਧੰਨਾ ਜੀ ਦਾ ਜਦੋਂ ਜ਼ਿਕਰ ਕੀਤਾ, ਮੇਰੇ ਹਜ਼ੂਰ ਨੇ ਕਹਿਣ ਲੱਗੇ ਦੁਨੀਆ ਦੇ ਲੋਕੋ ਚੇਤੇ ਰੱਖਿਓ, ਧੰਨੇ ਨੇ ਰੱਬ ਨੂੰ ਯਾਦ ਕੀਤਾ ਪਾਇਆ, ਪਰ ਸਿਮਰਿਆ ਬਾਲ ਬੁੱਧੀ ਦੇ ਦੁਆਰਾ। ਹੁਣ ਮੈਂ ਇੱਕ ਪਲ ਇੱਥੇ ਅਰਜ਼ ਕਰਦਿਆਂ ਜੀ, ਜਿਹੜੀ ਪ੍ਰਮਾਤਮਾ ਨਾਲ, ਪ੍ਰਭੂ ਨਾਲ ਸਾਡੀ ਸਾਂਝ ਹੈ ਨਾ, ਗੁਰਬਾਣੀ ਸਾਨੂੰ ਦੱਸਦੀ ਹੈ ਕਿ ਉਹ ਬੱਚੇ ਵਾਲੀ ਤੇ ਬਾਪ ਵਾਲੀ ਹੈ, ਮਾਂ ਬਾਪ ਵਾਲੀ ਤੇ ਬੱਚੇ ਵਾਲੀ ਹੈ। ਆਮ ਕਰਕੇ ਤੁਸੀਂ ਦੇਖਿਓ ਪਿਆਰਿਓ, ਮੈਂ ਇੱਕ ਉਦਾਹਰਨ ਦੇ ਕੇ ਗੱਲ ਕਰਨ ਲੱਗਾ ਹਾਂ।
ਬੱਚਾ ਵੀ ਆਪਣੇ ਮਾਪਿਆਂ ਦੇ ਕੋਲੋਂ ਮੰਗਦਾ ਹੈ ਤੇ ਅਸੀਂ ਸਾਰੇ ਗ੍ਰਸਤੀ ਕਿਰਤੀ ਬੈਠੇ ਆ, ਮੰਗਤਾ ਵੀ ਆ ਕੇ ਸਾਡੇ ਦਰਵਾਜ਼ੇ ਤੋਂ ਮੰਗਦਾ ਹੈ। ਹੁਣ ਮੰਗਤਾ ਵੀ ਆਵਾਜ਼ ਦਿੰਦਾ ਏ, ਉਹ ਵੀ ਮੰਗਦਾ ਏ, ਬੱਚਾ ਵੀ ਮਾਪਿਆਂ ਦੇ ਕੋਲੋਂ ਮੰਗਦਾ ਏ, ਪਰ ਦੋਨਾਂ ਦੀ ਸੋਚ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਹੈ। ਆਪ ਜੀ ਸੋਚੋਗੇ ਕਿਵੇਂ? ਮੰਗਤੇ ਨੇ ਸਾਡੇ ਦਰਵਾਜ਼ੇ ਤੇ ਆ ਕੇ, ਕਿਸੇ ਅਭਿਆਗਤ ਨੇ, ਭਿਖਾਰੀ ਨੇ ਦਰਵਾਜ਼ੇ ਤੇ ਆ ਕੇ ਗ੍ਰਸਤੀ ਕਿਰਤੀ ਦੇ ਸਾਡੇ ਆਵਾਜ਼ ਦਿੱਤੀ ਹੈ, ਖੈਰ ਮੰਗੀ ਹੈ, ਪਰ ਉਹਦੇ ਅੰਦਰ ਨੂੰ ਪੜਨ ਦਾ ਯਤਨ ਕਰਿਓ ਸਾਧ ਸੰਗਤ ਜੀ, ਉਹਦੇ ਅੰਦਰ ਨਾ ਦੁਬਿਧਾ ਹੁੰਦੀ ਹੈ, ਦੁਚਿੱਤਾਪਨ ਹੁੰਦਾ ਹੈ। ਆਵਾਜ਼ ਤਾਂ ਦੇ ਦਿੱਤੀ ਹੈ ਮੰਗਤੇ ਨੇ, ਭਿਖਾਰੀ ਨੇ, ਪਰ ਉਹਦੇ ਅੰਦਰ ਇੱਕ ਗੱਲ ਹੋਰ ਨਾਲ ਬੋਲਦੀ ਹੈ, ਮੰਗ ਵੀ ਰਿਹਾ ਹੈ ਨਾਲ ਉਹਦੇ ਅੰਦਰੋਂ ਇਹ ਵੀ ਆਵਾਜ਼ ਆ ਰਹੀ ਹੈ, ਜੇ ਪੈ ਗਈ ਖੈਰ ਤਾਂ ਵੀ ਚੰਗਾ, ਨਾ ਖੈਰ ਪਈ ਤੇ ਤਾਂ ਵੀ ਚੰਗਾ। ਦੁਬਿਧਾ ਵਿੱਚ ਉਹ ਆਵਾਜ਼ ਦਿੰਦਾ ਹੈ। ਜਦੋਂ ਭਿਖਾਰੀ ਮੰਗਤਾ ਦਰਵਾਜ਼ੇ ਤੇ ਆ ਕੇ ਮੰਗਦਾ ਹੈ ਨਾ ਪਿਆਰਿਓ, ਉਹ ਦੁਬਿਧਾ ਦੇ ਵਿੱਚ ਹੁੰਦਾ ਹੈ, ਦੁਚਿੱਤੀ ਉਹਦੇ ਅੰਦਰ ਹੁੰਦੀ ਹੈ ਵੀ ਪਤਾ ਨਹੀਂ ਖੈਰ ਪੈਣੀ ਹੈ ਕਿ ਜੇ ਨਹੀਂ ਪੈਣੀ। ਪਰ ਜਦੋਂ ਬੱਚਾ ਆਪਣੇ ਮਾਪਿਆਂ ਤੋਂ ਮੰਗਦਾ ਹੈ ਨਾ, ਗਲ ਵਿੱਚ ਬਾਹਾਂ ਪਾ ਕੇ ਕਹਿੰਦਾ ਏ, ਪਿਤਾ ਜੀ ਮਾਤਾ ਜੀ ਮੈਂ ਆਹ ਚੀਜ਼ ਤੁਹਾਡੇ ਤੋਂ ਲੈਣੀ ਹੈ, ਮੈਨੂੰ ਚਾਹੀਦੀ ਹੈ, ਤੇ ਨਾਲ ਉਹਦੇ ਅੰਦਰ ਵਿਸ਼ਵਾਸ ਇਹ ਬੋਲਦਾ ਹੈ, ਮੇਰੇ ਬਾਪ ਨੇ, ਮੇਰੀ ਮਾਂ ਨੇ ਭਾਵੇਂ ਔਖੇ ਹੋਣ ਇਹ ਚੀਜ਼ ਮੇਰੀ ਝੋਲੀ 'ਚ ਪਾਉਣੀ ਹੀ ਪਾਉਣੀ ਹੈ। ਸੋਚੋ ਆਪਣੇ ਮਨਾਂ ਵਿੱਚ ਕਿੰਨਾ ਵੱਡਾ ਫਰਕ ਹੈ। ਮੰਗ ਮੰਗਤਾ ਵੀ ਰਿਹਾ ਹੈ, ਮੰਗ ਇੱਕ ਬੱਚਾ ਵੀ ਰਿਹਾ ਹੈ। ਦੋਨਾਂ ਦੀ ਸੋਚ ਵਿੱਚ ਫਰਕ ਹੈ। ਇੱਕ ਦੇ ਅੰਦਰ ਭਰੋਸਾ ਨਹੀਂ ਹੈ, ਪਰ ਬੱਚੇ ਦੇ ਅੰਦਰ ਭਰੋਸਾ ਹੈ। ਗੁਰੂ ਸਾਹਿਬ ਬਾਣੀ ਅੰਦਰ ਕਹਿੰਦੇ ਨੇ, ਧੰਨੇ ਨੇ ਪ੍ਰਮਾਤਮਾ ਨੂੰ ਸਿਮਰਿਆ, ਪਰ ਯਾਦ ਰੱਖਿਓ ਬਾਲ ਬੁੱਧੀ ਵਾਂਗ ਉਹਨੇ ਵਿਸ਼ਵਾਸ ਭਰੋਸੇ ਨਾਲ ਰੱਬ ਨੂੰ ਸਿਮਰਿਆ। ਤੇ ਆਪਾਂ ਮਾਣ ਕਰੀਏ ਜੀ, ਭਗਤ ਧੰਨਾ ਜੀ ਨੇ ਰੱਬ ਨੂੰ ਪਾਇਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸਤਿਗੁਰੂ ਨੇ, ਹਜ਼ੂਰ ਨੇ ਭਗਤ ਧੰਨਾ ਜੀ ਦੀ ਗੱਲ ਬੜੇ ਸ਼ਾਨਦਾਰ ਤਰੀਕੇ ਨਾਲ ਅੰਮ੍ਰਿਤ ਬਾਣੀ ਅੰਦਰ ਕੀਤੀ ਹੈ। ਹੁਣ ਭਗਤ ਧੰਨਾ ਜੀ ਦਾ ਜਨਮ ਪਿੰਡ ਧੁਆਨ ਕਲਾਂ, ਜ਼ਿਲ੍ਹਾ ਟਾਂਕ, ਰਾਜਸਥਾਨ ਦੀ ਧਰਤੀ ਤੇ ਹੋਇਆ। ਜ਼ਿਮੀਂਦਾਰਾ ਕਰਨ ਵਾਲਾ ਪਰਿਵਾਰ ਹੈ। 3 ਸ਼ਬਦ ਆਪ ਜੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸੁਭਾਏਮਾਨ ਨੇ, 2 ਆਸਾ ਰਾਗ ਦੇ ਵਿੱਚ, 1 ਧਨਾਸਰੀ ਰਾਗ ਦੇ ਵਿੱਚ। 3 ਸ਼ਬਦ ਨੇ ਭਗਤ ਧੰਨਾ ਜੀ ਦੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਗਤ ਜੀ ਨੂੰ ਜਾ ਕੇ ਮਿਲੇ, ਖੇਤੀ ਕਰਦਿਆਂ, ਹਲ ਵਾਹੁੰਦਿਆਂ ਉਹਨਾਂ ਦੀ ਕਿਰਤ ਤੇ ਖੁਸ਼ ਹੋਏ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਜੀ ਦੀ ਬਾਣੀ ਆਪਣੇ ਕੋਲ ਲਿਖ ਲਈ, ਸੰਭਾਲ ਲਈ। 5ਵੇਂ ਸਰੀਰ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਜੀ ਨੇ ਭਗਤ ਧੰਨਾ ਜੀ ਦੇ 3 ਸ਼ਬਦ ਜਿਹੜੇ ਸੀ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਸਦਾ ਲਈ ਦਰਜ ਕਰ ਦਿੱਤਾ, ਦਰਬਾਰ ਸਾਹਿਬ ਦੇ ਅੰਦਰ ਪ੍ਰਕਾਸ਼ ਕਰ ਦਿੱਤਾ ਸਦਾ ਵਾਸਤੇ ਭਗਤ ਧੰਨਾ ਜੀ ਦੀ ਬਾਣੀ ਦਾ। ਪਰ ਮੈਂ ਜਿਹੜੀ ਅਰਜ਼ ਕਰਨ ਲੱਗਾ ਹੈ ਜੀ, ਬਾਬਾ ਧੰਨਾ ਜੀ ਦਾ ਜੇ ਆਪਾਂ ਜੀਵਨ ਦੇਖੀਏ ਨਾ, ਬੜਾ ਛੋਟਾ ਜਿਹਾ ਉਹਨਾਂ ਦਾ ਇਤਿਹਾਸ ਮਿਲਦਾ ਹੈ ਜੀ। ਆਪ ਜੀ ਜ਼ਮੀਨ ਜਾਇਦਾਦ ਦੇ ਮਾਲਕ ਸਨ, ਖੇਤੀ ਕਰਦੇ ਸਨ, ਪਸ਼ੂ ਚਾਰਨੇ, ਮੱਝਾਂ ਗਾਵਾਂ ਰੱਖੀਆਂ ਸਨ ਖੁੱਲੀਆਂ, ਖੇਤਾਂ ਵਿੱਚ ਹਲ ਵਾਹੁਣਾ। ਹੁਣ ਇਹ ਪੱਖ ਤਾਂ ਸਾਡੇ ਕੋਲ ਵੀ ਬਹੁਤਿਆਂ ਕੋਲ ਹੋਵੇਗਾ ਨਾ, ਅਸੀਂ ਵੀ ਸਾਰੇ ਪਰਿਵਾਰਾਂ 'ਚ ਵਸਣ ਵਾਲੇ ਆ। ਜ਼ਮੀਨ ਜਾਇਦਾਦ, ਮੱਝਾਂ ਗਾਵਾਂ, ਪਸ਼ੂ, ਖੇਤੀ ਦਾ ਧੰਦਾ, ਨੌਕਰੀ, ਬਹੁਤ ਕਾਰੋਬਾਰ ਸਾਡੇ ਵੀ ਹੋਣਗੇ। ਹੁਣ ਮਾਣ ਇਸ ਗੱਲ ਤੇ ਹੁੰਦਾ ਏ ਵੀ ਭਗਤ ਧੰਨਾ ਜੀ ਦੇ ਕੋਲ 2 ਜਾਇਦਾਦਾਂ ਨੇ, ਸਾਡੇ ਕੋਲ ਕੇਵਲ 1 ਜਾਇਦਾਦ ਹੈ ਜੀ। ਅਸੀਂ ਵੀ ਜ਼ਿਮੀਂਦਾਰ ਹਾਂ, ਅਸੀਂ ਵੀ ਕਿਸਾਨੀ ਕਰਨ ਵਾਲੇ ਹਾਂ। ਭਗਤ ਧੰਨਾ ਜੀ ਨੇ ਵੀ ਕਿਸਾਨੀ ਕੀਤੀ ਹੈ, ਜ਼ਿਮੀਂਦਾਰਾ ਕੀਤਾ ਹੈ। ਸਾਡੇ ਕੋਲ ਪਿਆਰਿਓ ਸਿਰਫ 1 ਜਾਇਦਾਦ ਹੈ। ਭਗਤ ਧੰਨਾ ਜੀ ਦੇ ਕੋਲ 2 ਤਰ੍ਹਾਂ ਦੀ ਦੌਲਤ ਹੈ, 2 ਤਰ੍ਹਾਂ ਦੀ ਜਾਇਦਾਦ ਹੈ। ਆਪ ਜੀ ਸੋਚੋਗੇ ਉਹ ਕਿਹੜੀ ਹੈ? ਇੱਕ ਤਾਂ ਜ਼ਮੀਨ ਹੈ ਉਹਨਾਂ ਦੇ ਕੋਲ, ਮਾਲ ਡੰਗਰ ਹੈ, ਕਿਰਸਾਨੀ ਕਰਦੇ ਨੇ, ਖੇਤੀ ਦੇ ਮਾਲਕ ਨੇ। ਦੂਜਾ ਅੰਦਰ ਦੀ ਜ਼ਮੀਰ, ਰੱਬੀ ਧਨ, ਭਗਤੀ ਉਹਨਾਂ ਦੇ ਕੋਲ ਹੈ। ਬੋਲੋ ਸਤਨਾਮ ਸ਼੍ਰੀ। ਜ਼ਮੀਨ ਜਾਇਦਾਦ ਨੇ ਉਹਨਾਂ ਦੀ ਪਛਾਣ ਬਣਾਈ ਹੈ ਪਿੰਡ ਇਲਾਕੇ ਦੇ ਵਿੱਚ। ਭਗਤ ਧੰਨਾ ਜੀ ਦੀ ਕਿਰਸਾਨੀ ਕਰਦੇ ਨੇ, ਖੇਤੀ ਕਰਦੇ ਨੇ, ਪਰ ਇਹ ਸੱਚੀ ਦੌਲਤ ਨੇ, ਗੁਰੂ ਦੀ ਬਾਣੀ ਨੇ, ਇਹ ਸੱਚੇ ਖਜ਼ਾਨੇ ਨੇ।
ਭਗਤੀ ਨੇ ਦੁਨੀਆ ਦੇ ਅੰਦਰ ਭਗਤ ਧੰਨਾ ਜੀ ਨੂੰ ਪ੍ਰਗਟ ਕਰ ਦਿੱਤਾ ਹੈ। ਦੋ ਤਰ੍ਹਾਂ ਦੀ ਦੌਲਤ ਬਾਬਾ ਧੰਨਾ ਜੀ ਦੇ ਕੋਲ ਹੈ। ਗੁਰੂ ਸਵਾਰਿਓ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਚਾਰ ਭਗਤਾਂ ਦਾ ਜ਼ਿਕਰ ਕਰਨ ਤੋਂ ਬਾਅਦ ਬਾਬਾ ਧੰਨਾ ਜੀ ਦੀ ਗੱਲ ਕੀਤੀ ਹੈ। ਤੇ ਮੈਂ ਸੋਚ ਰਿਹਾ ਸੀ ਇਹ ਸ਼ਬਦ ਨੂੰ ਜਦੋਂ ਆਪਾਂ ਪੜਾਂਗੇ ਨਾ, ਵੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਚਾਰ ਭਗਤਾਂ ਦਾ ਪਹਿਲਾਂ ਕਿਉਂ ਜ਼ਿਕਰ ਕੀਤਾ ਆਪਣੇ ਸ਼ਬਦ ਵਿੱਚ। ਵੇਖੋ ਜੀ, ਸਭ ਤੋਂ ਪਹਿਲੀ ਪੰਕਤੀ ਵਿੱਚ ਉਹਨਾਂ ਨੇ ਭਗਤ ਨਾਮਦੇਵ ਜੀ ਦਾ ਜ਼ਿਕਰ ਕੀਤਾ। ਤੇ ਸੁਣਿਓ ਪਿਆਰਿਓ, ਭਗਤ ਨਾਮਦੇਵ ਜੀ ਸਮਾਜ ਵਿੱਚ ਜਿਹੜਾ ਰੁਤਬਾ ਸੀ ਨਾ ਉਹਨਾਂ ਦਾ ਸਮਾਜਿਕ ਪੱਖੋਂ, ਉਹ ਸੀ ਕੱਪੜੇ ਰੰਗਣ ਵਾਲਾ, ਲਲਾਰੀ ਦਾ ਕੰਮ ਕਰਦੇ ਸਨ ਆਪ ਜੀ। ਤੇ ਛਿੰਬਾ ਕਿਹਾ ਜਾਂਦਾ ਸੀ ਉਹਨਾਂ ਦੀ ਜਾਤ ਨੂੰ, ਮਨੂ ਸਿਮਰਤੀ ਦੇ ਆਧਾਰਤ। ਸ਼ੂਦਰ ਕਿਹਾ ਜਾਂਦਾ ਸੀ ਵਿਪਰ ਦੇ ਵੱਲੋਂ ਵੀ ਇਹ ਸ਼ੂਦਰ ਹੈ, ਕੱਪੜੇ ਰੰਗਣੇ ਸਿਰਫ ਜਾਣਦਾ ਹੈ। ਬ੍ਰਾਹਮਣ ਨਹੀਂ ਸੀ ਸਮਝਦਾ ਇਸ ਗੱਲ ਨੂੰ, ਨਹੀਂ ਸੀ ਜਾਣ ਸਕਿਆ ਵੀ ਇਹਨੇ ਆਪਣਾ ਅੰਦਰ ਵੀ ਰੱਬ ਦੀ ਬੰਦਗੀ ਦੇ ਵਿੱਚ ਰੰਗ ਲਿਆ ਹੈ। ਪਹਿਲੀ ਪੰਕਤੀ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਭਗਤ ਨਾਮਦੇਵ ਜੀ ਦੀ ਗੱਲ ਕਰਦੇ ਨੇ। ਤੇ ਭਗਤ ਨਾਮਦੇਵ ਜੀ ਛਿੰਬੇ ਜਾਤ ਵਿੱਚੋਂ ਨੇ, ਕੱਪੜੇ ਰੰਗਣ ਦਾ ਕੰਮ ਕਰਦੇ ਨੇ। ਦੂਸਰੀ ਪੰਕਤੀ ਦੇ ਵਿੱਚ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਦੂਸਰੇ ਭਗਤ ਦਾ ਜ਼ਿਕਰ ਕੀਤਾ ਪਿਆਰਿਓ, ਉਹ ਕੀਤਾ ਜੀ ਕਬੀਰ ਜੀ ਦਾ। ਹੁਣ ਕਬੀਰ ਸਾਹਿਬ ਜੁਲਾਹਾ ਜਾਤ ਨਾਲ ਸੰਬੰਧ ਰੱਖਦੇ ਨੇ। ਅਖੌਤੀ ਅਜਾਤ ਜਿਹੜੀ ਸਮਾਜ ਦੀ ਕਹੀ ਜਾਂਦੀ ਹੈ, ਅਖੌਤੀ ਜਾਤ, ਮੈਂ ਅਖੌਤੀ ਸ਼ਬਦ ਵਰਤਿਆ ਹੈ ਜੀ, ਗੁਰੂ ਘਰ ਪ੍ਰਵਾਨ ਨਹੀਂ ਹੈ ਜਾਤਾਂ ਪਾਤਾਂ। ਜੁਲਾਹਾ ਜਾਤ ਦੇ ਨਾਲ ਸੰਬੰਧ ਰੱਖਦੇ ਨੇ ਤੇ ਕੱਪੜੇ ਬੁਣਨ ਦਾ ਕੰਮ ਕਰਦੇ ਨੇ। ਭੈਣੋ, ਹੱਥਾਂ ਨਾਲ ਕੱਪੜਾ ਬੁਣਨਾ, ਤਿਆਰ ਕਰਨਾ ਕੱਪੜਾ, ਖੱਡੀ ਤੇ ਬੈਠ ਕੇ ਸਾਰਾ ਦਿਨ ਰੱਬ ਦੀ ਬੰਦਗੀ ਵੀ ਕਰਨੀ ਤੇ ਕਿਰਤ ਵੀ ਕਰਨੀ, ਦਸਾਂ ਨੋਹਾਂ ਦੀ ਮਿਹਨਤ ਕਰਨੀ, ਇਹ ਕਬੀਰ ਜੀ ਦੇ ਆਪਣੇ ਜੀਵਨ ਦਾ ਅੰਗ ਬਣਾਇਆ, ਹਿੱਸਾ ਬਣਾਇਆ ਹੈ। ਤੀਸਰਾ ਜ਼ਿਕਰ ਕੀਤਾ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਭਗਤ ਰਵਿਦਾਸ ਜੀ ਦਾ। ਹੁਣ ਰਵਿਦਾਸ ਜੀ ਕੌਣ ਨੇ? ਬਨਾਰਸ ਦੀ ਧਰਤੀ ਤੇ ਪੈਦਾ ਹੋਏ, 125 ਸਾਲ ਦੇ ਲਾਗੇ ਬੰਨੇ ਉਹਨਾਂ ਨੇ ਆਪਣੀ ਉਮਰ ਬਤੀਤ ਕੀਤੀ ਹੈ। ਲੋਕਾਂ ਦੇ ਘਰਾਂ 'ਚ ਜਿਹੜੇ ਪਸ਼ੂ ਮਰ ਜਾਂਦੇ ਸਨ ਨਾ ਜੀ, ਉਹਨਾਂ ਮਰੇ ਹੋਏ ਪਸ਼ੂਆਂ ਨੂੰ ਪਹਿਲਾਂ ਤਾਂ ਚੁੱਕ ਕੇ ਲਿਆਉਣਾ। ਮੇਰੀ ਬੇਨਤੀ ਹੈ ਬੱਚਿਓ, ਤੁਸੀਂ ਬੜੇ ਧਿਆਨ ਨਾਲ ਸੁਣ ਰਹੇ ਹੋ, ਮਾਣ ਕਰਿਓ ਇਸ ਗੱਲ ਤੇ, ਗੁਰੂ ਨਾਨਕ ਸਾਹਿਬ ਜੀ ਦੇ ਦਰ ਘਰ ਨੇ ਜਿਨ੍ਹਾਂ ਨੂੰ ਦੁਰਕਾਰਿਆ, ਸ਼ੂਦਰ ਸ਼ੂਦਰ ਕਿਹਾ, ਉਹਨਾਂ ਨੂੰ ਆਪਣੇ ਗਲ ਨਾਲ ਲਾਇਆ, ਉਹਨਾਂ ਨੂੰ ਭਗਤ ਜੀ ਕਿਹਾ, ਬਾਣੀ ਭਗਤਾਂ ਕੀ ਕਿਹਾ। ਹੁਣ ਰਵਿਦਾਸ ਜੀ ਲੋਕਾਂ ਦੇ ਘਰਾਂ 'ਚ ਮਰੇ ਹੋਏ ਪਸ਼ੂ ਚੁੱਕ ਕੇ ਲਿਆਉਣੇ, ਉਹਨਾਂ ਦਾ ਚੰਮ ਲਾਉਣਾ, ਉਹ ਚੰਮ ਧੋਣਾ, ਉਹਨੂੰ ਸੁਕਾਉਣਾ, ਫਿਰ ਚੁਰਾਹੇ ਵਿੱਚ ਬੈਠ ਕੇ, ਸੜਕ ਦੇ ਕਿਨਾਰੇ ਬੈਠ ਕੇ ਭਗਤ ਰਵਿਦਾਸ ਜੀ ਜੁੱਤੀਆਂ, ਲਗਾਮਾਂ, ਕਾਠੀਆਂ, ਭਾਵ ਕਿ ਚਮੜੇ ਦੀਆਂ ਚੀਜ਼ਾਂ ਤਿਆਰ ਕਰਦੇ ਨੇ। ਅਮੀਰ ਲੋਕ ਪੈਸੇ ਦੇ ਕੇ ਖਰੀਦਦੇ ਨੇ ਤੇ ਨਾਲੇ ਕਹਿੰਦੇ ਨੇ ਇਹ ਚਮਰਟਾ ਹੈ, ਇਹ ਚਮਿਆਰ ਹੈ, ਸਿਰਫ ਚੰਮ ਦਾ ਕੰਮ ਕਰ ਰਿਹਾ ਹੈ। ਪਰ ਭਗਤ ਧੰਨਾ ਰਵਿਦਾਸ ਜੀ ਨੇ ਆਪਣਾ ਅੰਦਰ ਵੀ ਰੱਬ ਨਾਲ ਗੰਢ ਲਿਆ। ਇਹ ਤਿੰਨ ਭਗਤਾਂ ਤੋਂ ਬਾਅਦ ਚੌਥੇ ਭਗਤ ਦੀ ਗੱਲ ਕੀਤੀ ਗੁਰੂ ਅਰਜਨ ਸਾਹਿਬ ਜੀ ਨੇ, ਸੈਣ ਭਗਤ ਦੀ। ਹੁਣ ਸੈਣ ਕੌਣ ਹੈ ਜੀ? ਬਾਣੀ ਵਿੱਚ ਸੈਣ ਭਗਤ ਨੂੰ ਬੁਤਕਾਰੀਆ ਸ਼ਬਦ ਨਾਲ ਸੰਬੋਧਨ ਕੀਤਾ। ਤੇ ਮੈਂ ਪੜ੍ਹ ਰਿਹਾ ਸੀ, ਬੁਤਕਾਰੀਆ ਦਾ ਅਰਥ ਵੀ ਜੇ ਕਿਸੇ ਦੇ ਘਰ ਕੰਮ ਕਰਨਾ ਹੈ ਨਾ, ਮਾਲਕ ਦੀ ਮਰਜ਼ੀ ਹੈ, ਸਾਰਾ ਦਿਨ ਖਪਣ ਤੋਂ ਬਾਅਦ ਜੀ ਕਰੇ ਤਾਂ ਉਹਨੂੰ ਮਿਹਨਤਾਨਾ ਦਵੇ, ਉਹਦਾ ਹੱਕ ਦਵੇ, ਪੈਸੇ ਦਵੇ, ਜੀ ਕਰੇ ਉਹ ਕੁਛ ਵੀ ਨਾ ਦਵੇ। ਪਰ ਉਹਦਾ ਜ਼ੋਰ ਕੋਈ ਨਹੀਂ ਸੀ ਬੁਤਕਾਰੀਏ ਦਾ ਕਿ ਉਹ ਧੱਕੇ ਨਾਲ ਉਹਨੂੰ ਕਵੇ ਕਿ ਮਾਲਕ ਨੂੰ ਕਿ ਮੈਨੂੰ ਇਹ ਪੈਸੇ ਚਾਹੀਦੇ ਨੇ। ਹੁਣ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੇ ਇਹਨਾਂ ਚਾਰ ਭਗਤਾਂ ਦੀ ਗੱਲ ਕੀਤੀ ਹੈ। ਸਾਧ ਸੰਗਤ ਜੀ, ਸ਼ਬਦ ਵਰਤਿਆ ਆਪ ਜੀ ਨੇ, ਕਹਿਣ ਲੱਗੇ ਆਸਾ ਮਹੱਲਾ ਪੰਜਵਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ, ਆਡ ਦਾਮ ਕੋ ਛਿਪਰੋ ਹੋਇਓ ਲਾਖੀਨਾ। ਕਹਿਣ ਲੱਗੇ ਗੋਬਿੰਦ ਦਾ ਅਰਥ ਹੈ ਪਰਮਾਤਮਾ, ਪਰਮਾਤਮਾ ਗੋ ਧਰਤੀ ਬਿੰਦ, ਧਰਤੀ ਦੇ ਮਾਲਕ ਪਰਮਾਤਮਾ ਨਾਲ ਨਾਮਦੇਵ ਜੀ ਇੱਕਮਿਕ ਹੋ ਗਏ। ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ। ਸ਼ਬਦ ਵਰਤਿਆ, ਕਹਿਣ ਲੱਗੇ ਆਡ ਦਾਮ ਕੋ ਛਿਪਰੋ, ਛੀਂਬਾ ਜਾਤ ਛਿਪਰੋ, ਅੱਧੀ ਕੌਡੀ ਦਾ ਮੁੱਲ ਜਿਹਦਾ
समाज समझदा सी अभिमानी अंकारी जात पात वाले कहिंदे सी ये तां अद्धी कौडी दा मालिक है शींबा नामदेव। ते गुरु साहब ने की शब्द वरत्या जी, कहन लगे आड दाम को छिपरो होयो लाखीना। जात अभिमानी कहिंदे सन अद्धी कौडी दा मालिक है सिर्फ ये शींबा ये नामदेव, पर रब दी बंदगी कीती सजणों ओदा मुल अंदर दा दौलत दे नाल नहीं पाया जा सकिया। कहन लगे होयो लाखीना, लखा रुपया भी मुल नहीं उहदे अंदर दा पाया जा सकता, क्योंकि बाणी दा एक वाक है कबीर जैसी उपजी पेड़ ते जो तैसी निभ है ओढ़, हीरा किसका बापुरा पुजे ना रतन करोड़। जिहड़ी अंदर दी भगती वाला चाओ है ना, इहदा मुल दौलत नाल नहीं जे पाया जा सकता। जिवें मैं एक उदाहरण इत्थे रोक के अर्ज कर दियां जी, मान लो कोई अमीर बंदा है, पैसे वाला बंदा है, वो सोहना महल तां पैसे नाल खरीद लवेगा जी, महंगा फर्नीचर सोहने कीमती बैड तां पैसे नाल लिया के लखां रुपये दे रख देगा, पर की साडा अंदर आवाज़ दिंदा है जी नींद पैसे नाल खरीदी जा सकती है? जे प्यारिओ नींद पैसे नाल खरीदी जा सकती हुंदी ते अमीर डॉक्टरां दे कोल जाके नींद की दवाई ना लैंदे मुल। दूसरी गल, अमीर बंदा पैसे नाल दौलत नाल माया नाल 36 प्रकार दे भोजन परोस सकता है, खाने तैयार कर सकता है, पर की साडा अंदर भैणों मनदा है वीरो पैसे नाल बंदा भुख खरीद सकता है जी? भुख रब दी दात है, नींद रब दी दात है। इस तरह जिहड़ी भगती दा बंदगी दा अंदर चाओ है ना जी, ये रब दी दात है। गुरु अर्जन साहब सच्चे पातशाह कहिंदे आड दाम को शीपरो होयो लाखीना। फिर कबीर साहब का जिक्र कहन लगे बुनना तरना त्याग के प्रीत चरण कबीरा। बुनना तरना का अर्थ है जी कपड़े बुनने, कपड़े तैयार करने। कहन लगे बुनना तरना त्याग के प्रीत चरण कबीरा, नीच कुल्ला जुलाहरा। शब्द की वरत्या जी, कबीर जी नूं सिर्फ नीच कहा जाता सी, जुलाहा कहा जाता सी, पर कहन लगे भयो गुणी गहीरा। कहन लगे गुणा का मालिक गैर गंभीर सुभाव का मालिक बन गया रब की बंदगी नाल। तीसरा भगत कहन लगे सै रविदास ढवंता ढोर नीत। कहन लगे रविदास जिहड़ा रोज मरे हुए पशु चुक के लियाउंदा है, ढोंदा है, चम दा काम करदा है जी। रविदास ढवंता ढोर नीत तिन त्यागी माया, प्रगट हुआ साध संग हर दर्शन पाया। अगला शब्द वरत्या सैन नाई बुतकारिया, वो घर घर सुनिया। कहन लगे सैन बुतियां करन वाला बुतकारिया, घर घर खुशी ते गमी दे। जिवें अज मोबाइल आ गए ने जी, एक सैकंड विच असीं SMS फॉरवर्ड करते हैं दुनिया के दूसरे पासे ਲੱਖਾਂ ਕਰੋੜਾਂ तक भेज देने अपना इन्नी दूरी दे विच। पर कदे समा सी प्यारिओ खुशी गमी दे स्नेह पिंडो पिंड सिर्फ सैन भगत की बरादरी जिन्हां नूं कहा जाता है वो दिया करते सन। कहन लगे सैन नाई बुतकारिया, वो घर घर सुनिया, हिरदे वसिया पार ब्रह्म भगतां में गणिया। चार भगतां की गल करन तो बाद फिर गल कीती है जी बाबा धन्ना जी की। हुण गुरु अर्जन साहब गवाही दे के कहिंदे ने, कहन लगे जदों भगत धन्ना जी ने, वैसे भगत धन्ना जी का जिहड़ा गुरु सी ना वो सी जी रामानंद जी कांशी वाले। भगत धन्ना जी ने जदों ये सुनिया कि नामदेव जी की जात शींबा कही जाती है, उन्हें भी रब नूं पा लिया। जदों भगत धन्ना जी ने यह सुनिया, कबीर ने रब नूं पा लिया। जदों भगत धन्ना जी ने यह सुनिया कि रविदास जी ने रब नूं पा लिया, जदों भगत धन्ना जी ने यह सुनिया सैन भगत ने रब नूं पा लिया, भगती नाल प्राप्त हो गई दात उसनूं। ते धन्ना जी दे अंदर एक चाओ उमा अंदरों उछल वजी है। धन्या जे इन्नियां नीवियां अखौती आखियां जाण वालियां जातां दे लोग रब नूं पा सकदे ने, की होया तू मंदिरां विच नहीं गया, धर्मशाला विच नहीं गया, तू धर्म ग्रंथां का अध्ययन नहीं कर सकिया, रब नूं पाउणा तेरे लिए कोई दूर की गल नहीं है।
ਕਹਿਣ ਲੱਗੇ ਇਹ ਬਿਦ ਸੁਣ ਕੇ ਜਾਟਰੂ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਇਹਦਾ ਅਰਥ ਕੀ ਹੈ ਜੀ? ਇਹ ਬਿਦ ਸੁਣ ਕੇ ਜਾਟਰੂ, ਇਹ ਜੁਗਤੀਆਂ, ਇਹ ਮਹਿਮਾ, ਇਹ ਵਡਿਆਈ ਸੁਣ ਕੇ ਭਗਤਾਂ ਦੀ ਬੰਦਗੀ, ਰੱਬ ਦੀ ਪ੍ਰਾਪਤ ਕਿਵੇਂ ਕਰ ਲਈ ਉਹਨਾਂ ਨੇ। ਭਗਤ ਧੰਨਾ ਜੀ ਦੇ ਅੰਦਰ ਚਾਹ ਜਾਗਿਆ। ਇਹ ਬਿਦ ਸੁਣ ਕੇ ਜਾਟਰੂ ਉੱਠ ਭਗਤੀ ਲਾਗਾ, ਕਹਿਣ ਲੱਗੇ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵੱਡ ਭਾਗਾ। ਪ੍ਰਤੱਖ ਗੁਸਾਈਆਂ ਦਾ ਅਰਥ ਕੀ ਹੈ ਜੀ? ਗੁਸਾਈਆਂ ਕਿਹਾ ਜਾਂਦਾ ਹੈ ਧਰਤੀ ਦੇ ਮਾਲਕ ਪਰਮਾਤਮਾ ਨੂੰ। ਇਹਦਾ ਅਰਥ ਹੈ ਪਰਮਾਤਮਾ ਨੂੰ ਆਪਣੇ ਹਿਰਦੇ ਵਿੱਚ ਪ੍ਰਾਪਤ ਕਰ ਲਿਆ, ਜੀਵਨ ਵਿੱਚ ਪ੍ਰਗਟ ਕਰ ਲਿਆ। ਧੰਨਾ ਵੱਡ ਭਾਗਾ, ਭਗਤ ਧੰਨਾ ਜੀ ਭਾਗਾਂ ਵਾਲੇ ਬਣ ਗਏ। ਭਗਤ ਧੰਨਾ ਜੀ ਆਪਣੇ ਆਪ ਦੇ ਵਿੱਚ ਅਮੀਰ ਹੋ ਗਏ, ਰੱਬ ਦੀ ਪ੍ਰਾਪਤੀ ਉਹਨਾਂ ਨੇ ਕਰ ਲਈ। ਗੁਰੂ ਸਵਾਰਿਓ, ਜੇ ਭਗਤ ਧੰਨਾ ਜੀ ਦੀ ਬਾਣੀ ਪੜ੍ਹੀਏ ਨਾ, ਮੈਂ ਉਹਨਾਂ ਦਾ ਆਪ ਜੀ ਦਾ ਆਸਾ ਰਾਗ ਵਿੱਚੋਂ ਇੱਕ ਸ਼ਬਦ ਵੇਖੋ ਜੀ, ਭਾਵੇਂ ਤੁਸੀਂ ਸਹਿਜ ਪਾਠ ਕਰਦੇ ਹੋ ਨਹੀਂ ਕਰਦੇ, ਗੁਰਬਾਣੀ ਪੜ੍ਹਦੇ ਹੋ ਨਹੀਂ ਪੜ੍ਹਦੇ, ਪਰ ਸ਼ਬਦ ਬੜਾ ਸਰਲ ਭਗਤ ਧੰਨਾ ਜੀ ਨੇ ਵਰਤਿਆ। ਇਸ ਸ਼ਬਦ ਦੇ ਵਿੱਚ ਬਾਬਾ ਧੰਨਾ ਜੀ ਨੇ ਰੱਬ ਦੀ ਗੱਲ ਕੀਤੀ ਹੈ, ਪਰਮਾਤਮਾ ਦਾਤੇ ਦੀ ਗੱਲ ਕੀਤੀ ਹੈ। ਅਸਲ ਵਿੱਚ ਭਗਤ ਧੰਨਾ ਜੀ ਨੇ ਕਿਹਾ, ਬੰਦਿਆ ਡੋਲ ਨਾ, ਘਬਰਾ ਨਾ, ਤੇਰੇ ਅੰਦਰ ਜਿਹੜਾ ਹੌਕਾ ਨਿਕਲਦਾ ਹੈ ਨਾ, ਰੋਟੀ ਨੂੰ ਲੈ ਕੇ, ਰਿਜ਼ਕ ਨੂੰ ਲੈ ਕੇ, ਜਿਨੇ ਤੈਨੂੰ ਪੈਦਾ ਕੀਤਾ ਉਹ ਤੇਰੀ ਪਾਲਣਾ ਕਰੇਗਾ ਹੀ ਕਰੇਗਾ। ਬਜ਼ੁਰਗ ਇਹ ਗੱਲ ਕਹਿੰਦੇ ਹੁੰਦੇ ਸਨ ਪਿਆਰਿਓ, ਜਬ ਦਾंत ना थे तब दूध दिया, अब दांत दिए क्या रिजक ना दे है। हिंदी का शब्द है जी। ये अर्थ पता की ने भी जदों दंद नहीं सी बंदिया तेरे पैदा होए, सुनियो जी, जदों साडे दंद नहीं सी पैदा होए ते छोटी जी साडी उम्र अवस्था है, रब की दयालता वेखो, ने दुध पैदा साडे लिए कीता ते बच्चे दे जन्म तो पहला मां दे हवाले बच्चे नूं दुध पैदा कर दिंदा है रब। कहन लगे जब दांत ना थे तब दूध दिया, अब दांत दिए क्या रिजक ना दे हैं। कहन लगे हुण प्यारिया, जे तेनों ने दंद ला दिते ने, तेरे रिजक दा प्रबंध भी रब अपने आप कर रहा है। हुण बाबा धन्ना जी ने रब दी दयालता, परमात्मा किन्ना वड्डा दाता, किवें किवें वो पालना कर रहा है, मन साडा अंदरों डोलदा है जी। पता सच की है प्यारिओ, मैं आप जी के सामने गल खोल देवां। असल विच मनुखी मन दो पासे डिगदा है, असी सारे, साडा मन दो पासे डिगदा है। जे तां धन दौलत जायदाद घट है तो अंदर घबराहट हुंदी है, इदां ही हुंदा है ना जी। हाए मारे गए, पता नहीं बच्चों का की बनेगा, बच्चे भुखे ना मर जाण। वैसे बहुत ही घबराहट जी गवांढी के सुख वेख के हुंदी है। लै जी गड्डी लै आंदी है, कोठी पाई जा रहे हैं, रिश्तेदार बड़े इन्हां दे वड्डे ने, बच्चे इन्हां दे विदेश चले गए। विद्वान कहते ने बंदा अपनी थाली च नहीं वेखदा, गवांढी की थाली वाल सदा झाकदा है। अपनियां दुखां तो दुखी नहीं है, गवांढी दियां सुखां तो ज़्यादा दुखी परेशान है। निगाह मार के देख लो, पड़चोल कर लो, झात मार के देख लो, लगभग विचारां यही चलदियां ने, उन्हें की लै आंदा, इन्हें की लै आंदा। सच है प्यारिओ, बंदे दे कोल परिवार भी है, बंदे दे कोल जायदाद भी है, रोटी पकदी है, पर अंदर एक घबराहट चलदी है भी जे धन थुड़ गया, रिजक मेरे बच्चों नूं ना मिलिया तो की बनेगा। हुण सच है, थोड़े दी घबराहट भी अंदर रब दे नेड़े नहीं होण दिंदी। ते दूसरे लोग वो ने समाज दे विच श्रेणी, जे उन्हां कोल ज़्यादा धन आ गया तो वो आंकड़े ते उछाले तुरे फिरदे ने। इकना दी गिणती प्यारिओ इन्हां विच आ जांदी जिहड़े घबराहट विच जीउ रहे ने, थोड़ा है पता नहीं की बनेगा आउण वाले समय विच। दूजी श्रेणी गिणती उन्हां दी आ जांदी है जां वो धन दे आकड़ अभिमान दे विच विखावा करदे तुरे फिरदे ने। भगत धन्ना जी ने कहा प्यारिओ, इन्हां दोनों तो मुक्त होवांगे ते रब की प्राप्ति करांगे। शब्द वरत्या, कहन लगे रे चित चेत सकीना दयाल दमोदर। रे चित का अर्थ है हे मेरे चेते, मेरे मना, उस दयावान रब दाते नूं क्यों नहीं तू सिमरदा। रे चित चेत सकीना दयाल दमोदर, बिबे ना जान सकोई, जिहदा भिन्न भेद तू अजे तक जान नहीं सकिया, वो परमात्मा किन्ना वड्डा दाता है जी।
जे धावें ब्रह्मंड खंड को करता करे सो होई। ਇਹਦੇ ਹੁਣ ਅਰਥ ਕੀ ਨੇ ਪਿਆਰਿਓ? ਕਹਿਣ ਲੱਗੇ ਜੇ ਖੰਡਾਂ ਬ੍ਰਹਿਮੰਡਾਂ ਵਿੱਚ ਵੀ ਭੱਜਾ ਫਿਰੇਗਾ ਨਾ ਬੰਦਿਆ, ਹੋਣਾ ਉਹ ਹੈ ਜੋ ਕਰਤਾ ਪੁਰਖ ਪਰਮਾਤਮਾ ਕਰਦਾ ਹੈ, ਦੂਸਰਾ ਕੁਝ ਨਹੀਂ ਹੋਣਾ। ਹੁਣ ਅੱਗੇ ਬਾਬਾ ਧੰਨਾ ਜੀ ਨੇ ਫਿਰ ਕੁਝ ਬੰਦ ਉਚਾਰਨ ਕੀਤੇ ਨੇ। ਕਹਿਣ ਲੱਗੇ ਜਨਨੀ ਕੇਰੇ ਉਦਰ ਉਦਕਮੈ ਪਿੰਡ ਕੀਆ 10 ਦੁਆਰਾ। ਮਾਂ ਦੀ ਗੱਲ ਕੀਤੀ ਹੈ ਜੀ। ਮੈਂ ਇੱਕ ਬੇਨਤੀ ਕਰਦਿਆਂ ਜੀ, ਜਿਹੜੀ ਸਾਡੇ ਅੰਦਰ ਰੱਬ ਨੇ ਮਸ਼ੀਨ ਲਾਈ ਹੈ ਨਾ, ਆਪਣੇ ਆਪ ਦੇ ਵਿੱਚ ਗੁਰ ਸਿੱਖੋ, ਸਮਝਿਓ ਰੱਬ ਦੀ ਦਾਤ ਨੂੰ, ਇਹ ਸਰੀਰ ਦੇ ਬਣਤਰ ਨੂੰ, ਢਾਂਚੇ ਨੂੰ। ਸਿਰ ਸ਼ੁਕਰਾਨੇ ਨਾਲ ਪ੍ਰਮਾਤਮਾ ਦੇ ਚਰਨਾਂ 'ਚ ਝੁਕ ਜਾਂਦਾ ਏ। ਤੁਸੀਂ ਸਰੀਰ ਦੇ ਕਿਸੇ ਵੀ ਅੰਗ ਤੇ ਕੱਟ ਲਾ ਕੇ ਦੇਖੋ, ਸੂਈ ਮਾਰ ਕੇ ਦੇਖੋ, ਕੀ ਨਿਕਲੇਗਾ ਪਿਆਰਿਓ ਭੈਣੋ? ਕੀ ਨਿਕਲੇਗਾ? ਬਲੱਡ ਨਿਕਲੇਗਾ ਨਾ, ਖੂਨ। ਪਰ ਜਦੋਂ ਬੱਚਾ ਮਾਸ ਦਾ ਟੁਕੜਾ ਮਾਂ ਦਾ ਮੂੰਹ ਵਿੱਚ ਪਾਉਂਦਾ ਹੈ, ਉਹਨੂੰ ਦੁੱਧ ਆਉਂਦਾ ਹੈ। ਕਮਾਲ ਦੀ ਗੱਲ ਹੈ। ਖੂਨ ਵਿੱਚੋਂ ਦੁੱਧ ਤਿਆਰ ਕੌਣ ਕਰ ਰਿਹਾ ਹੈ? ਖੂਨ ਵਿੱਚੋਂ ਦੁੱਧ ਤਿਆਰ ਕੌਣ ਕਰ ਰਿਹਾ ਹੈ? ਸਿਰ ਝੁਕਦਾ ਹੈ ਪ੍ਰਮਾਤਮਾ। ਕਿੱਡੀ ਵੱਡੀ ਤਾਕਤ ਹਸਤੀ ਹੈ ਰੱਬ ਪ੍ਰਮਾਤਮਾ। ਸ਼ਬਦ ਵਰਤਿਆ ਬਾਬਾ ਧੰਨਾ ਜੀ ਨੇ, ਕਹਿਣ ਲੱਗੇ ਰੱਬ ਦੀਆਂ ਖੇਡਾਂ ਵੇਖ ਬੰਦਿਆ, 10 ਦੁਆਰਿਆਂ ਵਾਲਾ ਸਰੀਰ ਮਾਂ ਨੂੰ ਦਿੱਤਾ। ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਣ ਮੈਂ ਰਾਖੈ। ਇੱਕ ਗੱਲ ਹੋਰ ਹੈ ਜੀ, ਮੈਂ ਇੱਕ ਡਾਕਟਰ ਸੱਜਣ ਦੇ ਕੋਲ ਆਪਣੇ ਕੋਲ ਬੈਠਾ, ਉਹਨੇ ਮੈਨੂੰ ਦੱਸਿਆ, ਕਹਿੰਦਾ ਵੀ ਸਰੀਰ ਸਾਡੇ ਦੇ ਅੰਦਰ ਜਿਹੜੀ ਜਠਰ ਅਗਣ ਹੈ ਨਾ, ਸਾਡੇ ਪੇਟ ਦੀ ਅੱਗ ਜਿਹੜੀ ਹੈ, ਤੁਸੀਂ ਸਖਤ ਤੋਂ ਸਖਤ ਜਿਹੜਾ ਵੀ ਭੋਜਨ ਖਾਓ ਉਹਨੂੰ ਗਾਲ ਦਿੰਦੀ ਹੈ, ਸਵਾਏ ਇੱਕ ਵਾਲ ਤੋਂ। ਵਾਲ ਸਾਡੇ ਅੰਦਰ ਚਲਿਆ ਜਾਵੇ ਉਹ ਨਹੀਂ ਗਲਦਾ, ਪਰ ਬਾਕੀ ਹਰ ਚੀਜ਼ ਸਾਡਾ ਸਰੀਰ ਜਿਹੜਾ ਉਹਨੂੰ ਗਾਲਣ ਦੀ ਤਾਕਤ ਰੱਖਦਾ ਹੈ। ਜਠਰ ਅਗਣ ਇਹਨੂੰ ਕਿਹਾ ਗਿਆ। ਹੁਣ ਵਕਾਰੀ ਬੰਦੇ ਤਾਂ ਪਿਆਰ ਵਾਲੇ ਉਹ ਮਾਸ ਵੀ ਖਾਂਦੇ ਨੇ, ਮਾਸ ਖਾਦਾ ਵੀ ਅੰਦਰ ਗਲ ਜਾਂਦਾ ਹੈ, ਪੇਟ ਦੀ ਅੱਗ ਉਹਨੂੰ ਵੀ ਗਾਲਦੀ ਹੈ। ਕਮਾਲ ਦੀ ਗੱਲ ਹੈ। ਸਰੀਰ ਵੀ ਤਾਂ ਨਿੱਕਾ ਜਿਹਾ ਬੱਚੇ ਦੇ ਰੂਪ ਵਿੱਚ ਮਾਸ ਦਾ ਟੁਕੜਾ ਹੀ ਅੰਦਰ ਹੈ ਨਾ, ਉਹ ਕਿਉਂ ਨਹੀਂ ਗਲ ਰਿਹਾ? ਇਹਦਾ ਜਵਾਬ ਫਿਰ ਗੁਰਬਾਣੀ ਦਿੰਦੀ ਹੈ। ਸੱਚੇ ਪਾਤਸ਼ਾਹ ਕਹਿਣ ਲੱਗੇ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਸਾਰੀ ਹੈ। ਅਸਲ ਵਿੱਚ ਰੱਬ ਹੱਥ ਦੇ ਕੇ ਅੰਦਰ ਰੱਖ ਰਿਹਾ। ਜਨਨੀ ਕੇਰੇ ਉਦਰ ਉਦਕ ਮੈਂ ਪਿੰਡ ਕੀਆ 10 ਦੁਆਰਾ, ਦੇ ਆਹਾਰ ਅਗਨ ਮੈਂ ਰਾਖੈ ਐਸਾ ਖਸਮ ਹਮਾਰਾ। ਬਾਬਾ ਧੰਨਾ ਜੀ ਕਹਿੰਦੇ ਇਹਦੋਂ ਵੱਡਾ ਕੋਈ ਖਸਮ ਮਾਲਕ ਦੁਨੀਆ ਤੇ ਦੇਖਿਆ ਹੈ? ਜਦੋਂ ਤੇਰਾ ਦਿਮਾਗ ਵੀ ਨਹੀਂ ਅਜੇ ਚੱਲ ਰਿਹਾ। ਸਾਡਾ ਵੈਸੇ ਬੰਦਾ ਕਹਿੰਦਾ ਨਾ ਮੈਂ ਬੜਾ ਚਤੁਰ ਆ, ਮੈਂ ਬੜਾ ਚਲਾਕ ਹਾਂ, ਹਰ ਬੰਨੇ ਦੀ ਮੈਂ ਖਬਰ ਰੱਖਦਾ, ਮੈਨੂੰ ਸੋਝੀ ਹੈ, ਮੈਨੂੰ ਪਤਾ ਹੈ। ਪਰ ਬਾਬਾ ਧੰਨਾ ਜੀ ਕਹਿਣ ਲੱਗੇ ਜਿੱਥੇ ਤੇਰਾ ਦਿਮਾਗ ਅਜੇ ਚੱਲਿਆ ਵੀ ਨਹੀਂ ਹੈ, ਉੱਥੇ ਤੇਰੀ ਰੱਖਿਆ ਪਾਲਣਾ ਪ੍ਰਮਾਤਮਾ ਕਰ ਰਿਹਾ ਹੈ। ਫਿਰ ਅਗਲਾ ਸ਼ਬਦ ਵਰਤਿਆ, ਕਹਿਣ ਲੱਗੇ ਕੁੰਮੀ ਜਲ ਮਾਹੇ ਤਨ ਤਿਸ ਬਾਹਰ। ਸ਼ਾਇਦ ਮੈਂ ਪਿਛਲੇ ਸਾਲ ਵੀ ਦੀਵਾਨ ਵਿੱਚ ਅਰਜ਼ ਕੀਤੀ ਸੀ, ਸਾਇੰਸ ਗੋਡੇ ਟੇਕ ਚੁੱਕੀ ਹੈ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ। ਧਰਮ ਦੇ ਅੱਗੇ ਸਾਇੰਸ ਜਿਹੜੀ ਹੈ ਉਹ ਇਸ ਗੱਲ ਤੋਂ ਸਿਰ ਝੁਕਾਉਂਦੀ ਹੈ, ਕਿਉਂਕਿ ਜਿਹੜਾ ਆਇਨਸਟਾਈਨ ਹੋਇਆ ਹੈ ਨਾ, ਦੁਨੀਆ ਦਾ ਸਭ ਤੋਂ ਵੱਡਾ ਸਾਇੰਸਦਾਨ, ਉਹਨੇ ਆ 2 ਗੱਲਾਂ ਕਹੀਆਂ ਨੇ। ਉਹ ਕਹਿਣ ਲੱਗਾ ਧਰਮ ਸਾਇੰਸ ਤੋਂ ਬਿਨਾ ਲੰਗੜਾ ਹੈ ਤੇ ਸਾਇੰਸ ਧਰਮ ਤੋਂ ਬਿਨਾ ਅੰਧੀ ਹੈ। ਭਾਵ ਜਿਵੇਂ ਬੰਦੇ ਦੀਆਂ ਅੱਖਾਂ ਵੀ ਜ਼ਰੂਰੀ ਨੇ ਤੇ ਬੰਦੇ ਦੇ ਪੈਰ ਵੀ ਜ਼ਰੂਰੀ ਨੇ। ਮੰਨ ਲਓ ਬੰਦੇ ਦੇ ਪੈਰ ਹੋਣ, ਅੱਖਾਂ ਨਾ ਹੋਣ, ਸਫ਼ਰ ਨਹੀਂ ਕਰ ਸਕੇਗਾ। ਤੇ ਮੰਨ ਲਓ ਬੰਦੇ ਦੀਆਂ ਅੱਖਾਂ ਨੇ, ਪੈਰ ਨਹੀਂ ਹੈਗੇ, ਤਾਂ ਵੀ ਉਹ ਸਫ਼ਰ ਕਰਨਾ ਉਹਦੇ ਲਈ ਮੁਸ਼ਕਲ ਔਖਾ ਹੈ। ਹੁਣ ਸਾਇੰਸ ਸਿਰ ਝੁਕਾਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇਸ ਗੱਲੋਂ ਕਿ ਪਿਆਰ ਵਾਲਿਓ ਜਨਨੀ ਕੇਰੇ ਬਾਣੀ ਦੇ ਵਿੱਚ ਆਪਾਂ ਸ਼ਬਦ ਪੜਿਆ। ਅਗਲਾ ਬੰਦ ਹੈ, ਕਹਿਣ ਲੱਗੇ ਕੁੰਮੀ ਜਲ ਮਾਹੇ ਤਨ ਤਿਸ ਬਾਹਰ। ਕੱਛੂ ਕੁੰਮੀ। ਮੇਰੀ ਬੱਚਿਆਂ ਨੂੰ ਬੇਨਤੀ, ਜਿਹੜੇ ਵੱਡੀਆਂ ਕਲਾਸਾਂ ਵਿੱਚ ਪੜ੍ਹਦੇ ਨੇ ਨਾ, YouTube ਤੇ ਜਾ ਕੇ, ਗੂਗਲ ਤੇ ਜਾ ਕੇ, ਜਾਂ ਡਿਸਕਵਰੀ ਚੈਨਲ ਜਿਨ੍ਹਾਂ ਦੇ ਚੱਲਦੇ ਨੇ, ਕੱਛੂ ਕੁੰਮੀ ਦੇ ਬਾਰੇ ਕਿਤੇ ਵੀਡੀਓ ਦੇਖਿਓ, ਪੜ੍ਹ ਕੇ ਦੇਖਿਓ। ਜਿਹੜਾ ਕੱਛੂ ਕੁੰਮੀ ਹੈ ਨਾ, ਉਹ ਜਦੋਂ ਬੱਚੇ ਪੈਦਾ ਕਰਦੀ ਹੈ ਰੇਤਾ ਦੇ ਢੇਰ ਤੇ ਪੈਦਾ ਕਰਦੀ ਹੈ, ਪਾਣੀ ਵਿੱਚ ਰਹਿੰਦੀ ਹੈ ਵੈਸੇ, ਪਰ ਬੱਚੇ ਆਪਣੇ ਭੈਣੋ ਵੀਰੋ ਉਹ ਪਾਣੀ 'ਚ ਨਹੀਂ ਪੈਦਾ ਕਰਦੀ, ਬੱਚੇ ਰੇਤਾ ਦੇ ਢੇਰ ਤੇ ਪੈਦਾ ਕਰਦੀ ਹੈ, ਪਰ ਰਹਿੰਦੀ ਪਾਣੀ 'ਚ ਹੈ। ਹੁਣ ਕਲਾ ਦੇਖੋ ਪਰਮਾਤਮਾ ਦੀ, ਖੇਡ ਦੇਖੋ ਨਿਰੰਕਾਰ ਦੀ।
ਜਦੋਂ ਉਹਨੇ ਆਪਣਾ ਆਂਡਾ ਦਿੱਤਾ ਨਾ ਕੱਛੂ ਕੁੰਮੀ ਨੇ, ਆਪ ਉਹ ਪਾਣੀ ਵਿੱਚ ਆ ਗਈ ਹੈ, ਰੇਤਾ ਦੇ ਢੇਰ ਤੇ ਆਂਡੇ ਦੇ ਆਈ ਹੈ। ਹੁਣ ਆਂਡੇ ਦੀ ਪਰਤ ਜਿਹੜੀ ਬਾਹਰਲੀ ਛਿੱਲ ਹੈ ਉਹ ਬੜੀ ਸਖਤ ਹੈ, ਕਠੋਰ ਹੈ। ਬੱਚਾ ਵਿੱਚ ਜਿਹੜਾ ਉਹਦਾ ਆਂਡੇ ਦਾ ਹਿੱਸਾ, ਉਹਦੇ ਇੱਕ ਹਿੱਸੇ ਵਿੱਚੋਂ ਬੱਚਾ ਪੈਦਾ ਹੋਇਆ ਜੀ। ਇਹ ਸਾਇੰਸ ਨੇ ਖੋਜ ਕੀਤੀ ਜੀ। ਇੱਕ ਹਿੱਸੇ ਵਿੱਚ ਬੱਚਾ ਪੈਦਾ ਹੋਇਆ, 9 ਹਿੱਸੇ ਜਿਹੜੇ ਸੀ ਉਹ ਪਿੱਛੇ ਰਹਿ ਗਏ। ਜਿੰਨੇ ਮਹੀਨੇ ਦਿਨ ਉਹ ਬੱਚਾ ਆਂਡੇ ਦੇ ਵਿੱਚ ਪਲ ਰਿਹਾ ਹੈ, ਉਹ ਬਾਕੀ ਦੇ 9 ਹਿੱਸੇ ਜਿਹੜੇ ਨੇ ਉਹਨਾਂ ਨੂੰ ਖਾ ਰਿਹਾ ਹੈ। ਰੱਬ ਦੀਆਂ ਖੇਡਾਂ ਦੇਖੋ, ਖੁਰਾਕ ਕਿਹੜੇ ਰੂਪ ਵਿੱਚ ਪ੍ਰਮਾਤਮਾ ਪੈਦਾ ਕਰ ਰਿਹਾ ਹੈ। ਅਸੀਂ ਹਵਾ ਲੈਨੇ ਆ, ਆਕਸੀਜਨ ਛੱਡਦੇ ਆ ਨਾ, ਬਹੁਤ ਸਾਰੇ ਜੀਵ ਜਿਹੜੇ ਨੇ ਉਹ ਹਵਾ ਦੀ ਖੁਰਾਕ ਖਾਂਦੇ ਨੇ। ਹਵਾ ਰਾਹੀਂ ਸਾਡੇ ਅੰਦਰ ਬਹੁਤ ਸਾਰੀ ਜੀਵ ਹੱਤਿਆ ਹੋ ਰਹੀ ਜਾ ਰਹੀ, ਖੈਰ ਵੱਖਰਾ ਵਿਸ਼ਾ ਹੈ। ਹੁਣ ਬਾਕੀ ਦੇ ਜਿਹੜੇ 8-9 ਹਿੱਸੇ ਨੇ, ਉਹਨਾਂ ਨੂੰ ਬੱਚੇ ਨੇ ਅੰਦਰੇ ਆਂਡੇ ਦੇ ਖਾਧਾ, ਉਧਰੋਂ ਉਹਦੇ ਦਿਨ ਪੂਰੇ ਹੋ ਗਏ। ਮੰਨ ਲਓ 2 ਮਹੀਨੇ ਦਾ 3 ਮਹੀਨੇ ਦਾ ਸਮਾਂ ਹੋ ਗਿਆ, ਬੱਚੇ ਦੇ ਖੰਭ ਹੋ ਗਏ, ਉਹਨੇ ਬਾਹਰ ਆਉਣਾ ਹੈ, ਇੱਕਦਮ ਆਂਡੇ ਦੀ ਪਰਤ ਟੁੱਟੀ ਹੈ, ਉਧਰੋਂ ਖੁਰਾਕ ਉਹਦੀ ਅੰਦਰੋਂ ਖਤਮ ਹੋ ਗਈ ਹੈ, ਉਧਰੋਂ ਪਰਤ ਆਂਡੇ ਦੀ ਟੁੱਟ ਗਈ। ਬੱਚਾ ਰਿੜ ਕੇ ਆ ਕੇ ਆਪਣੀ ਮਾਂ ਨਾਲ, ਪਰਿਵਾਰ ਨਾਲ ਪਾਣੀ ਵਿੱਚ ਆ ਕੇ ਮਿਲ ਪੈਂਦਾ ਹੈ। ਤੇ ਬਾਬਾ ਧੰਨਾ ਜੀ ਨੇ ਜਿਹੜੀ ਉਦਾਹਰਨ ਬਾਣੀ ਵਿੱਚ ਦਿੱਤੀ ਹੈ ਨਾ, ਸਦੀਆਂ ਪਹਿਲਾਂ ਸਾਇੰਸਦਾਨ ਅੱਜ ਨਮਸਕਾਰ ਕਰਕੇ ਕਹਿੰਦੇ ਨੇ, ਜਿਹੜੀਆਂ ਗੱਲਾਂ ਦੀ ਸਾਨੂੰ ਹੁਣ ਖੋਜ ਸਮਝ ਪੈ ਰਹੀ ਹੈ, ਭਗਤ ਧੰਨਾ ਜੀ ਨੇ ਸਦੀਆਂ ਪਹਿਲਾਂ ਇਹ ਗੱਲ ਕਹਿ ਦਿੱਤੀ ਹੈ। ਆਖੋ ਸਤਨਾਮ ਸ਼੍ਰੀ। ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ। ਕਹਿੰਦੇ ਜਦੋਂ ਕੱਛੂ ਕੁੰਮੀ ਨੇ ਆਂਡਾ ਪੈਦਾ ਕੀਤਾ, ਬੱਚਾ ਪੈਦਾ ਹੋਇਆ, ਨਾ ਤਾਂ ਪਿਆਰਿਆ ਉਹਨਾਂ ਨੂੰ ਖੰਭ ਨੇ, ਨਾ ਕਦਮ ਪੈਰ ਨੇ, ਕੁਛ ਨਹੀਂ ਉਹਨਾਂ ਕੋਲ ਹੈਗਾ। ਕਿਵੇਂ ਪਲ ਰਹੇ ਨੇ? ਪੰਖ ਖੀਰ ਤਿਨ ਨਾਹੀ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਉਸ ਪਰਮਾਨੰਦ ਪੂਰਨ ਪਰਮਾਤਮਾ ਦੀਆਂ ਖੇਡਾਂ ਨੂੰ ਸਮਝ ਬੰਦਿਆ। ਤੇ ਅਗਲਾ ਬੰਦ ਚੌਥਾ ਵਰਤਿਆ, ਕਹਿਣ ਲੱਗੇ, ਪਾਖਣ ਕੀਟ ਗੁਪਤ ਹੋਏ ਰਹਿਤਾ। ਇਹਦੇ ਸਿੱਧੇ ਅਰਥ ਬਣਦੇ ਨੇ ਜੀ, ਪੱਥਰ ਵਿੱਚ ਕੀੜਾ। ਜੇ ਕੋਈ ਸ਼ੰਕਾਵਾਦੀ ਮਨ ਵਾਲਾ ਹੈ ਨਾ, ਉਹ ਪ੍ਰੈਕਟੀਕਲ ਐਕਸਪੈਰੀਮੈਂਟ ਕਰਕੇ ਦੇਖ ਲਵੇ ਜੀ, ਪੱਥਰਾਂ ਵਿੱਚ ਕੀੜੇ ਪਲਦੇ ਨੇ ਅੱਜ ਵੀ, ਇਹ ਸੱਚ ਹੈ। ਪਰ ਵੈਸੇ ਬਾਹਰੋਂ ਪੱਥਰ ਨੂੰ ਆਪਾਂ ਦੇਖੀਏ, ਕੋਈ ਉਹਦੇ ਵਿੱਚ ਰਸਤਾ ਨਹੀਂ ਹੈ, ਕੋਈ ਦਰਵਾਜ਼ਾ ਨਹੀਂ ਹੈ, ਕੋਈ ਗਲੀ ਨਹੀਂ ਹੈ, ਕੋਈ ਪਾਈਪ ਲਾਈਨ ਨਹੀਂ ਹੈ ਜਿਹੜੀ ਅੰਦਰ ਕੀੜੇ ਤੱਕ ਖੁਰਾਕ ਜਾਂਦੀ ਹੋਵੇ। ਗੁਰੂ ਅਰਜਨ ਸਾਹਿਬ ਨੇ ਵੀ ਬਾਣੀ ਵਿੱਚ ਜ਼ਿਕਰ ਕੀਤਾ ਹੈ। ਆਪਾਂ ਬਾਣੀ ਦਾ ਬਚਨ ਪੜ੍ਹਦੇ ਹਾਂ, ਕਾਹੇ ਰੇ ਮਨ ਚਿਤਵੇਂ ਉਦਮ, ਜਾਂ ਆਹਰ ਹਰ ਜੀਓ ਪਰਿਆ, ਸੈਲ ਪੱਥਰ ਮੈਂ ਜੰਤ ਉਪਾਏ, ਤਾਂ ਕਾ ਰਿਜ਼ਕ ਆਗੇ ਕਰ ਧਰਿਆ। ਹੁਣ ਭਗਤ ਧੰਨਾ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ, ਪਾਖਣ ਕੀਟ ਗੁਪਤ ਹੋਏ ਰਹਿਤਾ। ਸਿੱਧੇ ਸ਼ਬਦ ਵਰਤੇ ਜੀ, ਤਾਂ ਚੋ ਮਾਰਗ ਨਾਹੀ। ਕਹਿੰਦੇ ਪੱਥਰ ਨੂੰ ਕੋਈ ਦਰਵਾਜ਼ਾ ਦੇਖਿਆ ਹੈ ਬੰਦਿਆ? ਕੋਈ ਰਸਤਾ ਗਲੀ ਦੇਖੀ ਹੈ? ਕੋਈ ਰਾਹ ਦੇਖਿਆ ਜਿਹਦੇ ਥਾਣੀ ਅੰਦਰ ਅਨਾਜ ਜਾਂਦਾ ਹੋਵੇ? ਕਹੇ ਧੰਨਾ ਪੂਰਨ ਤਾਹੂ ਕੋ ਮਾਤਰੇ ਜੀ ਡਰਾਹੀ। ਭਗਤ ਧੰਨਾ ਜੀ ਨੇ ਬਚਨ ਕੀਤਾ, ਕਹਿਣ ਲੱਗੇ, ਹੇ ਮਣਾ ਕਿਉਂ ਡੋਲਦਾ ਘਬਰਾਉਣਾ ਹੈ, ਉਹ ਤੇਰਾ ਖਸਮ ਮਾਲਕ ਬੜਾ ਬੇਅੰਤ ਤੇ ਮਹਾਨ ਹੈ। ਬਾਬਾ ਧੰਨਾ ਜੀ ਦੀ ਆਪਾਂ ਵਡਿਆਈ ਕੀਤੀ ਹੈ। ਗੁਰੂ ਸਵਾਰਿਓ, ਅਸਲ ਵਿੱਚ ਬੰਦਗੀ ਭਗਤੀ ਜਿਹੜੀ ਹੈ, ਭੋਲੇ ਭਾਅ ਪ੍ਰਾਪਤ ਹੁੰਦੀ ਹੈ ਗੁਰੂ ਦੇ ਦਰ ਤੋਂ। ਜਿਨ੍ਹਾਂ ਭਗਤਾਂ ਦੀ ਬਾਣੀ ਸਤਿਗੁਰੂ ਨੇ ਆਪਣੇ ਖਜ਼ਾਨੇ ਵਿੱਚ ਦਰਜ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਉਹਨਾਂ ਦੇ ਜੀਵਨ ਪਰਿਵਾਰਾਂ ਦੇ ਵਿੱਚੋਂ ਤਿਆਰ ਹੋਏ ਨੇ। ਉਹਨਾਂ ਮਾਵਾਂ ਨੇ ਉਹ ਕਿਰਦਾਰ ਤਿਆਰ ਕੀਤੇ ਜਿਹੜੀਆਂ ਮਾਵਾਂ ਭਗਤੀ ਵਾਲੀਆਂ ਸਨ। ਜਿਵੇਂ ਮੈਂ ਬਾਬਾ ਫਰੀਦ ਸਾਹਿਬ ਦਾ ਜ਼ਿਕਰ ਕਰਾਂਗਾ ਜੀ। ਭਗਤ ਫਰੀਦ ਸਾਹਿਬ ਆਪ ਜੀ ਨੂੰ ਸ਼ੇਖ ਫਰੀਦ ਵੀ ਕਿਹਾ ਜਾਂਦਾ ਹੈ, ਕਿਉਂਕਿ ਕੁਤਬ ਮੀਨਾਰ ਕਾਕੀ ਜੀ ਉਹਨਾਂ ਦੇ ਜਿਹੜੇ ਉਸਤਾਦ ਸਨ, ਉਹਨਾਂ ਨੇ ਉਹਨਾਂ ਨੂੰ ਸ਼ੇਖ ਦਾ ਦਰਜਾ ਦਿੱਤਾ। ਆਪ ਜੀ ਨੂੰ ਸ਼ੱਕਰ ਗੰਜ ਵੀ ਕਿਹਾ ਜਾਂਦਾ ਹੈ। ਬਾਬਾ ਫਰੀਦ ਸਾਹਿਬ ਛੋਟੀ ਜੀ ਉਮਰ ਦੇ ਸਨ ਜਦੋਂ ਉਹਨਾਂ ਨੂੰ ਪਾਕ ਕੁਰਾਨ ਜਿਹੜੀ ਹੈ, ਉਹ ਧਰਮ ਗ੍ਰੰਥ ਜ਼ੁਬਾਨੀ ਉਹਦੀਆਂ ਆਇਤਾਂ ਯਾਦ ਹੋ ਗਈਆਂ ਨੇ। ਅਰਬੀ ਵਿੱਚ ਹੈ ਜੀ ਪਾਕ ਕੁਰਾਨ ਗ੍ਰੰਥ। ਬਾਬਾ ਫਰੀਦ ਸਾਹਿਬ ਨੂੰ ਜ਼ੁਬਾਨੀ ਯਾਦ ਹੈ। ਵੇਖੋ, ਸਾਡੇ ਛੋਟੇ ਛੋਟੇ ਬੱਚੇ ਘਰਾਂ ਵਿੱਚ ਨੇ, ਬਹੁਤੀ ਵਾਰ ਦੇਖਣ ਨੂੰ ਪਤਾ ਕੀ ਮਿਲਦਾ ਹੈ, ਮਾਵਾਂ
ਬੱਚਿਆਂ ਨੂੰ ਆਪ ਮੋਬਾਈਲ ਫੜਾਉਂਦੀਆਂ ਨੇ ਵੀ ਇਹ ਗੇਮ ਖੇਡ ਲਵੇ, ਮੇਰਾ ਖਹਿੜਾ ਛੁੱਟ ਜਾਵੇ। ਪਰ ਸੱਚ ਇਹ ਵਾਪਰਦਾ ਹੈ ਜੀ, ਕੁਝ ਸਮੇਂ ਲਈ ਮਾਂ ਆਪਣਾ ਖਹਿੜਾ ਛਡਾਉਂਦੀ ਹੈ, ਸਦਾ ਵਾਸਤੇ ਉਹਦਾ ਸਿੱਖੀ ਤੋਂ, ਗੁਰੂ ਤੋਂ ਖਹਿੜਾ ਛੁੱਟ ਜਾਂਦਾ ਹੈ। ਖੈਰ, ਬਾਬਾ ਫਰੀਦ ਸਾਹਿਬ ਦੀ ਮਾਂ ਦਾ ਜੀਵਨ ਦੇਖੋ। ਇੱਕ ਦਿਨ ਆਪਣੇ ਪੁੱਤਰ ਫਰੀਦ ਨੂੰ ਕਹਿਣ ਲੱਗੀ, ਬੇਟਾ ਅੱਲਾ ਦੀ ਬੰਦਗੀ ਕਰ, ਖੁਦਾ ਦੀ ਬੰਦਗੀ ਕਰ। ਬੱਚੇ ਦਾ ਸੁਭਾਅ ਹੈ ਨਾ, ਕੋਈ ਗੱਲ ਕਰੋ ਅਗਲੇ ਪਾਸੇ ਸਵਾਲ ਖੜਾ ਕਰਦਾ ਹੈ ਜੀ। ਬੱਚਾ ਸਤਿਕਾਰ ਚਾਹੁੰਦਾ ਹੈ, ਪਿਆਰ ਚਾਹੁੰਦਾ ਹੈ, ਹਰ ਗੱਲ ਤੇ ਸਵਾਲ ਖੜਾ ਕਰੇਗਾ ਬੱਚਾ, ਇਹ ਕਿਉਂ, ਆਹ ਕਿਉਂ। ਹੁਣ ਫਰੀਦ ਸਾਹਿਬ ਦੀ ਮਾਂ ਨੇ ਬਚਨ ਕਹਿਣ ਲੱਗੀ, ਪੁੱਤਰ ਸਾਰਾ ਦਿਨ ਖੇਡਦਾ ਰਹਿਣਾ ਹੈ, ਅੱਲਾ ਦੀ, ਖੁਦਾ ਦੀ ਬੰਦਗੀ ਕਰ, ਅੱਲਾ ਤਾਲਾ ਦੀ ਭਗਤੀ ਕਰ। ਤੇ ਬਾਬਾ ਫਰੀਦ ਸਾਹਿਬ ਨੇ ਸਵਾਲ ਕੀਤਾ, ਕਹਿਣ ਲੱਗਾ, ਮਾਂ ਮਿਲੇਗਾ ਕੀ? ਬੰਦਗੀ ਕਰਾਂਗਾ, ਅੱਲਾ ਦੀ ਭਗਤੀ ਕਰਾਂਗਾ, ਮੈਨੂੰ ਕੀ ਮਿਲੇਗਾ? ਮਾਂ ਸੋਚਾਂ ਵਿੱਚ ਪੈ ਗਈ। ਕੁਝ ਸਮਾਂ ਚੁੱਪ ਰਹਿਣ ਤੋਂ ਬਾਅਦ ਆਪਣੇ ਪੁੱਤਰ ਨੂੰ ਕਹਿਣ ਲੱਗੀ, ਫਰੀਦ ਨੂੰ ਕਹਿੰਦੀ, ਬੇਟਾ ਅੱਲਾ ਖਜੂਰਾਂ ਦੇਵੇਗਾ, ਅੱਲਾ ਸ਼ੱਕਰ ਦੇਵੇਗਾ, ਅੱਲਾ ਸ਼ਹਿਰ ਦੇਵੇਗਾ, ਅੱਲਾ ਗੁੜ ਦੇਵੇਗਾ, ਅੱਲਾ ਮਿੱਠੀਆਂ ਮਿੱਠੀਆਂ ਚੀਜ਼ਾਂ ਖਾਣ ਲਈ ਦੇਵੇਗਾ, ਕਿਉਂਕਿ ਬੱਚਾ ਮਿੱਠੇ ਤੇ ਖੁਸ਼ ਹੁੰਦਾ ਹੈ। ਮਾਂ ਨੇ ਇਹ ਸ਼ਬਦ ਕਹਿ ਦਿੱਤੇ, ਕਹਿਣ ਲੱਗੀ, ਬੇਟਾ ਅੱਲਾ ਮਿੱਠੀਆਂ ਚੀਜ਼ਾਂ ਖਾਣ ਲਈ ਦੇਵੇਗਾ, ਤੂੰ ਬੰਦਗੀ ਕਰ ਤਾਂ ਸਹੀ। ਮਸੱਲਾ ਜਿਹਦੇ ਤੇ ਬੈਠ ਕੇ ਬੰਦਗੀ ਕੀਤੀ ਜਾਂਦੀ ਹੈ ਨਾ, ਜਿਵੇਂ ਆਪਾਂ ਦਰੀ ਤੇ ਕੱਪੜੇ ਤੇ ਬੈਠਦੇ ਹਾਂ, ਇਸਲਾਮ ਵਿੱਚ ਜਿਹੜੇ ਕੱਪੜੇ ਨੂੰ ਵਿਛਾ ਕੇ ਨਮਾਜ਼ ਪੜ੍ਹੀ ਜਾਂਦੀ, ਬੰਦਗੀ ਕੀਤੀ ਜਾਂਦੀ, ਉਹਨੂੰ ਮੁਸੱਲਾ ਕਿਹਾ ਜਾਂਦਾ ਹੈ। ਮਾਂ ਨੇ ਮੁਸੱਲਾ ਵਿਛਾ ਦਿੱਤਾ, ਫਰੀਦ ਸਾਹਿਬ ਉਹਦੇ ਤੇ ਬੈਠ ਕੇ ਨਮਾਜ਼ ਪੜ੍ਹਦੇ ਨੇ, ਬੰਦਗੀ ਕਰਦੇ ਨੇ, ਅੱਖਾਂ ਬੰਦ ਹੋ ਜਾਂਦੀਆਂ ਨੇ, ਲੀਨ ਹੋ ਜਾਂਦੇ ਨੇ। ਸੁਣਿਓ ਜੀ, ਤੇ ਜਦੋਂ ਫਰੀਦ ਸਾਹਿਬ ਉੱਠਦੇ ਨੇ ਨਾ, ਉਹਨਾਂ ਦੇ ਉੱਠਣ ਤੋਂ ਪਹਿਲਾਂ ਮਾਂ ਕੱਪੜੇ ਮੁਸੱਲੇ ਦੇ ਹੇਠ ਕਦੇ ਖਜੂਰਾਂ ਰੱਖ ਦਿੰਦੀ ਹੈ, ਕਦੇ ਗੁੜ ਰੱਖ ਦਿੰਦੀ ਹੈ, ਕਦੇ ਸ਼ੱਕਰ ਰੱਖ ਦਿੰਦੀ ਹੈ, ਕਦੇ ਮਿਸ਼ਰੀ ਭਾਂਡੇ 'ਚ ਪਾ ਕੇ, ਸ਼ਹਿਦ ਭਾਂਡੇ 'ਚ ਪਾ ਕੇ ਰੱਖ ਦਿੰਦੀ ਹੈ। ਜਦੋਂ ਫਰੀਦ ਸਾਹਿਬ ਉੱਠਦੇ ਨੇ, ਉਹ ਮਸੱਲਾ ਚੁੱਕਦੇ ਨੇ, ਕੱਪੜਾ ਪਾਸੇ ਕਰਦੇ ਨੇ, ਹੇਠੋਂ ਕੋਈ ਨਾ ਕੋਈ ਮਿੱਠਾ ਨਿਕਲਦਾ ਹੈ, ਤੇ ਬੜੇ ਖੁਸ਼ ਹੁੰਦੇ ਨੇ, ਆਪਣੀ ਮਾਂ ਨੂੰ ਦੱਸਦੇ ਨੇ, ਕਹਿਣ ਲੱਗੇ, ਮਾਂ ਤੂੰ ਸੱਚ ਕਹਿੰਦੀ ਹੈ, ਮਾਂ ਤੂੰ ਸੱਚ ਕਹਿੰਦੀ ਹੈ, ਮੈਂ ਅੱਲਾ ਦੀ, ਖੁਦਾ ਦੀ ਬੰਦਗੀ ਕੀਤੀ ਹੈ। ਦੇਖ ਅੱਲਾ ਨੇ ਅੱਜ ਮੈਨੂੰ ਖਜੂਰਾਂ ਦਿੱਤੀਆਂ, ਅੱਜ ਮੈਨੂੰ ਗੁੜ ਦਿੱਤਾ, ਅੱਜ ਮੈਨੂੰ ਸ਼ੱਕਰ, ਅੱਜ ਮਿਸ਼ਰੀ, ਅੱਜ ਸ਼ਹਿਦ, ਕਿੰਨੇ ਤਰ੍ਹਾਂ ਦੇ ਮਿੱਠੇ ਰੋਜ਼ ਮੈਨੂੰ ਅੱਲਾ ਖੁਦਾ ਚੀਜ਼ਾਂ ਦੇ ਰਿਹਾ ਹੈ। ਚੱਲਦਾ ਰਿਹਾ ਜੀ ਇਹ ਸਿਲਸਿਲਾ। ਮਾਂ ਬਹੁਤ ਕੁਝ ਕਰ ਸਕਦੀ ਹੈ। ਮੈਂ ਤਾਂ ਬੇਨਤੀ ਕੀਤੀ ਹੈ, ਜੇ ਦੁਨੀਆ ਵਿੱਚ ਅੱਜ ਭਗਤ ਧੰਨਾ ਜੀ ਦਾ ਨਾਂ ਲਿਆ ਜਾ ਰਿਹਾ ਹੈ, ਉਹਨਾਂ ਦੀ ਵਾਹ ਵਾਹ ਜਸ ਗਾਇਆ ਜਾ ਰਿਹਾ, ਉਹ ਐਡੀ ਵੱਡੀ ਮਰਤਬੇ ਰੁਤਬੇ ਨੂੰ ਪ੍ਰਾਪਤ ਕਰ ਗਏ ਨੇ ਨਾ, ਇਹਦੇ ਪਿੱਛੇ ਮਾਂ ਬਾਪ ਦਾ ਬਹੁਤ ਵੱਡਾ ਹੱਥ ਹੈ, ਕਿਉਂਕਿ ਸੰਸਕਾਰ ਮਾਂ ਬਾਪ ਦਿੰਦੇ ਨੇ। ਹੁਣ ਰੋਜ਼ ਫਰੀਦ ਸਾਹਿਬ ਬੰਦਗੀ ਕਰਦੇ ਨੇ, ਤੇ ਕੁਝ ਨਾ ਕੁਝ ਮਿੱਠਾ ਮਾਂ ਮੁਸੱਲੇ ਕੱਪੜੇ ਦੇ ਥੱਲੇ ਰੱਖ ਦਿੰਦੀ ਹੈ। ਇੱਕ ਦਿਨ ਕੀ ਹੋਇਆ ਜੀ, ਬਾਹਰ ਗਵਾਂਢਣਾਂ ਨਾਲ, ਗਵਾਂਢਣਾਂ ਦੇ ਘਰ, ਗਵਾਂਢੀਆਂ ਦੇ ਘਰ ਗਈ ਹੈ ਮਾਂ। ਉਧਰੋਂ ਨਮਾਜ਼ ਦਾ ਸਮਾਂ ਹੋ ਗਿਆ, ਫਰੀਦ ਸਾਹਿਬ ਮਸੱਲਾ ਵਿਛਾ ਕੇ, ਛੋਟੀ ਜੀ ਉਮਰ ਹੈ, ਬੰਦਗੀ ਕਰਨ ਲੱਗ ਪਏ। ਮਾਂ ਗੱਲਾਂ ਕਰਨ ਲੱਗੀ, ਕਰਦੀ ਉੱਥੇ ਰੁੱਝ ਗਈ ਹੈ। ਅਚਨਚੇਤ ਮਾਂ ਨੂੰ ਚੇਤਾ ਆਇਆ, ਫਰੀਦ ਤਾਂ ਨਮਾਜ਼ ਪੜ੍ਹ ਰਿਹਾ ਹੋਵੇਗਾ, ਮੇਰਾ ਪੁੱਤਰ ਤਾਂ ਬੰਦਗੀ ਵਿੱਚ ਬੈਠ ਗਿਆ ਹੋਵੇਗਾ। ਇੱਕਦਮ ਫਿਕਰ ਪਿਆ ਮਾਂ ਨੂੰ, ਅੱਜ ਮੇਰਾ ਪਾਜ ਉਗੜ ਜਾਣਾ ਹੈ, ਉਹਨੇ ਬੰਦਗੀ ਤੋਂ ਉੱਠ ਪੈਣਾ ਹੈ। ਜੇ ਉਹਨੂੰ ਅੱਜ ਕੁਝ ਖਾਣ ਨੂੰ ਨਾ ਮਿਲਿਆ, ਅੱਲਾ ਤੋਂ, ਖੁਦਾ ਤੋਂ ਉਹਦਾ ਵਿਸ਼ਵਾਸ ਟੁੱਟ ਜਾਏਗਾ। ਮਾਂ ਦੇ ਅੰਦਰ ਫਿਕਰ ਹੈ, ਚਿੰਤਾ ਹੈ। ਸੱਚ ਜਾਣਿਓ, ਇਹ ਚਿੰਤਾ ਅਰਦਾਸ ਬਣ ਕੇ ਅੱਲਾ ਦੇ ਦਰ ਤੇ ਪ੍ਰਵਾਨ ਹੋਈ ਹੈ। ਹੱਥ ਜੁੜ ਗਏ ਮਾਂ ਦੇ, ਕਹਿਣ ਲੱਗੀ, ਹੇ ਖੁਦਾ, ਮੈਂ ਕੋਈ ਗੁਨਾਹ ਨਹੀਂ ਕੀਤਾ, ਪਾਪ ਨਹੀਂ ਕੀਤਾ, ਭਾਵੇਂ ਝੂਠ ਬੋਲਦੀ ਆ, ਪਰ ਤੇਰੀ ਬੰਦਗੀ ਭਗਤੀ ਨਾਲ ਜੋੜਦੀ ਆ। ਅੱਲਾ, ਅੱਜ ਨਮਾਣੀ ਦੀ ਲਾਜ ਰੱਖ ਲਈ। ਮੇਰਾ ਪੁੱਤਰ ਧਰਮ ਦੇ ਰਸਤੇ ਤੇ ਜਿੰਨੇ ਕਦਮ ਤੁਰਿਆ, ਜਿੰਨੀਆਂ ਲਾਂਘਾਂ ਪੁੱਟ ਕੇ ਤੁਰਿਆ, ਇਹਨੂੰ ਅੱਗੇ ਉਂਗਲ ਫੜਾ ਕੇ ਤੁਸਾਂ ਨੇ ਅੱਜ ਲੈ ਕੇ ਜਾਣਾ ਹੈ। ਮਾਂ ਦਾ ਅੰਦਰ ਇੱਕ ਬੰਨੇ ਅਰਦਾਸ ਵਿੱਚ ਜੁੜਿਆ, ਉਧਰੋਂ ਭਗਤ ਫਰੀਦ ਸਾਹਿਬ ਇੰਨੇ ਅੱਜ ਬੰਦਗੀ ਚ ਲੀਨ ਹੋਏ, ਇੰਨੇ ਅੱਲਾ ਦੀ ਭਗਤੀ, ਤਾਲਾ ਦੀ, ਖੁਦਾ ਦੀ ਭਗਤੀ ਵਿੱਚ ਇੰਨੇ ਲੀਨ ਹੋਏ। ਸਾਧ ਸੰਗਤ ਜੀ, ਸਮਾਂ ਭੁੱਲ ਗਿਆ। ਜਦੋਂ ਭਗਤ ਫਰੀਦ ਸਾਹਿਬ ਉੱਠੇ, ਮਾਂ ਸਾਹਮਣੇ ਬੈਠੀ ਹੈ। ਸਮਾਂ ਨਮਾਜ਼ ਦਾ ਲੰਘ ਗਿਆ ਜੀ, ਮਾਂ ਸਾਹਮਣੇ ਬੈਠੀ ਹੈ। ਤੇ ਜਦੋਂ ਅੱਖਾਂ ਖੋਲੀਆਂ ਬਾਬਾ ਫਰੀਦ ਸਾਹਿਬ ਨੇ,
ਤੇ ਮਾਂ ਪੁੱਛਦੀ ਹੈ, ਕਹਿਣ ਲੱਗੀ ਪੁੱਤਰ ਅੱਜ ਕੀ ਖੁਦਾ ਨੇ ਬਖਸ਼ਿਸ਼ ਕੀਤੀ ਹੈ, ਅੱਲਾ ਨੇ ਅੱਜ ਕਿਹੜੀ ਮਿੱਠੀ ਚੀਜ਼ ਦਿੱਤੀ ਹੈ। ਤੇ ਬਾਬਾ ਫਰੀਦ ਸਾਹਿਬ ਨੇ ਆਹ ਸ਼ਬਦ ਉਚਾਰਨ ਕਰ ਦਿੱਤਾ, ਕਹਿਣ ਲੱਗੇ ਮਾਂ ਅਸਲ ਵਿੱਚ ਸ਼ੱਕਰ, ਖੰਡ, ਨਵਾਤ, ਗੁੜ ਜਿਹੜਾ ਸ਼ਹਿਦ ਹੈ, ਇਹਨਾਂ ਸਾਰਿਆਂ ਰਸਾਂ ਤੋਂ ਉੱਪਰ ਰਸ ਅੱਜ ਬੰਦਗੀ ਦਾ ਆਇਆ। ਇਹ ਰਸ ਵੀ ਰੱਬ ਦੀ ਬੰਦਗੀ ਦੇ ਰਸ ਦੇ ਬਰਾਬਰ ਨਹੀਂ ਪੁੱਜ ਸਕਦੇ। ਫਰੀਦਾ ਸ਼ੱਕਰ, ਖੰਡ, ਨਵਾਤ, ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਮਾਂ ਦੀ ਅਰਦਾਸ ਬਹੁਤ ਵੱਡੀ ਤਾਕਤ ਰੱਖਦੀ ਹੈ। ਬੱਚੇ ਨੂੰ ਭਗਤੀ ਦਾ ਦਰਜਾ ਦਿਵਾਇਆ ਤੇ ਇਹਦੇ ਪਿੱਛੇ ਬਾਬਾ ਫਰੀਦ ਸਾਹਿਬ ਦੀ ਮਾਂ ਦਾ ਕਿੰਨਾ ਵੱਡਾ ਯੋਗਦਾਨ ਹੋਵੇਗਾ। ਭਗਤ ਧੰਨਾ ਜੀ ਦੀ ਆਪਾਂ ਗੱਲ ਕਰ ਰਹੇ ਹਾਂ। ਗੁਰੂ ਸਵਾਰਿਓ, ਅੱਜ ਸਾਡਿਆਂ ਪਰਿਵਾਰਾਂ ਵਿੱਚ ਇਹ ਮਾਹੌਲ ਬਣਨਾ ਚਾਹੀਦਾ ਹੈ। ਮੈਂ ਅਰਜ਼ ਕਰਦਿਆਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਵਿੱਚੋਂ ਸਭ ਤੋਂ ਸਿਰ ਕੱਢ ਜਥੇਦਾਰ ਸ਼੍ਰੋਮਣੀ ਚੋਟੀ ਦੇ ਜੇ ਹੋਏ ਨੇ ਤੇ ਉਹ ਜਥੇਦਾਰ ਅਕਾਲੀ ਫੂਲਾ ਸਿੰਘ ਹੋਏ ਨੇ। ਅਸੀਂ ਆਪਣੇ ਸਿੱਖਾਂ ਦੀ ਜੇ ਗੱਲ ਕਰ ਲਈਏ ਜੀ, ਜ਼ਿਆਦਾ ਦੂਰ ਦੀ ਨਹੀਂ ਹੈ। ਤੇ